ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾ ਨਰਾਜ ਭਾਨਾ ਅਨਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ, ਜਾਗਦੀ ਜੋਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਜਗਤ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜ ਰਹੇ ਨੇ। ਅੰਮ੍ਰਿਤਮਈ ਦੀਵਾਨਾਂ ਵਿੱਚ ਸ੍ਰੀ ਰਹਿਰਾ ਸਾਹਿਬ ਦਾ ਪਾਠ, ਆਰਤੀ ਆਰਤਾ ਅਰਦਾਸ ਉਪਰੰਤ ਪਾਵਨ ਸਤਿਗੁਰਾਂ ਦੇ ਮੁਖ ਵਾਕ ਆਪ ਜੀਆਂ ਨੇ ਸਰਵਣ ਕੀਤੇ ਹਨ। ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। 6ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਲ ਭੰਜਨ ਸਤਿਗੁਰੂ ਜੀ ਪਾਵਨ ਕੌਤਕ ਕਰ ਰਹੇ ਨੇ। ਸੰਸਾਰ ਦੇ ਵਿੱਚ ਸਾਧ ਸੰਗਤ ਜੀ 3 ਤਰ੍ਹਾਂ ਦੀਆਂ ਨੀਤੀਆਂ ਹੁੰਦੀਆਂ ਹਨ। ਇੱਕ ਹੁੰਦੀ ਹੈ ਰਾਜਨੀਤੀ, ਇੱਕ ਹੁੰਦੀ ਹੈ ਧਰਮ ਨੀਤੀ, ਤੇ ਤੀਸਰੀ ਹੁੰਦੀ ਹੈ ਕੁਟਿਲ ਨੀਤੀ। ਸੰਸਾਰ ਦੇ ਵਿੱਚ ਧਰਮ ਗ੍ਰੰਥਾਂ ਦੇ ਵਿੱਚ ਇਹ 2 ਨੀਤੀਆਂ ਜਿਹੜੀਆਂ ਨੇ, ਇੱਕ ਰਾਜਨੀਤੀ ਤੇ ਇੱਕ ਧਰਮ ਨੀਤੀ, ਇਹਨਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਤੇ ਇਸ ਦੀ ਵਰਤੋਂ ਵੀ ਸਮੇਂ-ਸਮੇਂ ਅਨੁਸਾਰ ਸਮੇਂ ਦੇ ਪੈਗੰਬਰ ਜਿਹੜੇ ਨੇ, ਪੀਰ ਜਿਹੜੇ ਨੇ, ਗੁਰੂ ਸਾਹਿਬ ਜਿਹੜੇ ਨੇ, ਸੰਤ ਮਹਾਂਪੁਰਖ ਜਿਹੜੇ ਨੇ, ਇਸ ਨੂੰ ਵਰਤਦੇ ਨੇ। ਜਦੋਂ ਲੋਕਾਈ ਦੇ ਭਲੇ ਵਾਸਤੇ, ਆਮ ਸੰਸਾਰ ਦੇ ਲੋਕਾਈ ਦੇ ਭਲੇ ਵਾਸਤੇ ਜਦੋਂ ਕੋਈ ਨੀਤੀ ਸਾਧ ਸੰਗਤ ਜੀ ਅਪਣਾਉਣੀ ਹੁੰਦੀ ਹੈ, ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਦੇ ਹੱਕ ਜਿਹੜੇ ਨੇ ਲੋਕਾਂ ਦੇ ਉਹ ਦਿਵਾਉਣ ਵਾਸਤੇ ਕੋਈ ਰਾਜਨੀਤੀ ਕਰਨੀ ਪੈਂਦੀ ਹੈ ਕਿ ਸੱਚਾਈ ਜਿਹੜੀ ਹੈ ਉਹ ਸਾਹਮਣੇ ਉਘੜ ਕਰਕੇ ਆਵੇ, ਉਹ ਸਗੋਂ ਚੰਗੀ ਹੁੰਦੀ ਹੈ। ਧਰਮ ਨੀਤੀ ਧਰਮ ਨੂੰ ਸਥਾਪਿਤ ਕਰਨ ਵਾਸਤੇ, ਧਰਮ ਨੂੰ ਟਿਕਾਉਣ ਵਾਸਤੇ ਧਰਮ ਨੀਤੀ ਜਿਹੜੀ ਹੈ ਉਹ ਇਸਤੇਮਾਲ ਕੀਤੀ ਜਾਂਦੀ ਹੈ, ਵਰਤੋਂ ਦੇ ਵਿੱਚ ਲੈ ਕਰਕੇ ਆਉਂਦੇ ਨੇ। ਪਰ ਜਿਹੜੀ ਸਭ ਤੋਂ ਭੈੜੀ ਹੁੰਦੀ ਹੈ ਉਹ ਹੁੰਦੀ ਹੈ ਕੁਟਿਲ ਨੀਤੀ। ਕੁਟਿਲ ਨੀਤੀ ਸਾਧ ਸੰਗਤ ਜੀ ਉਹ ਹੁੰਦੀ ਹੈ ਕਿ ਭਾਵੇਂ ਸਾਰੇ ਸੰਸਾਰ ਨੂੰ ਮਾਰਨਾ ਕਿਉਂ ਨਾ ਪੈ ਜਾਵੇ, ਮੇਰਾ ਭਲਾ ਮੈਂ ਕਰ ਲਵਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਅੱਜ ਕੱਲ੍ਹ ਜਿਹੜੀ ਨੀਤੀ ਚੱਲ ਰਹੀ ਹੈ ਨਾ ਬਹੁਤਾਤ ਦੇ ਵਿੱਚ, ਉਹ ਚੱਲ ਰਹੀ ਹੈ ਕੁਟਿਲ ਨੀਤੀ। ਭਾਵੇਂ ਸਾਰਿਆਂ ਦਾ ਖਰਾਬਾ ਹੋ ਜਾਵੇ, ਸਤਿਆਨਾਸ਼ ਹੋ ਜਾਵੇ, ਲੋਕੀ ਮਰ ਜਾਣ, ਪਰ ਬਸ ਮੈਂ ਆਪਣਾ ਉੱਲੂ ਜਿਹੜਾ ਹੈ ਸਿੱਧਾ ਰੱਖਾਂ,
ਮੈਂ ਆਪਣੇ ਕੰਮ ਜਿਹੜੇ ਨੇ ਉਹ ਕਢਾ ਲਵਾਂ, ਮੈਂ ਆਪਣੇ ਫਾਇਦੇ ਵਾਸਤੇ ਭਾਵੇਂ ਦੁਨੀਆ ਨੂੰ ਮਾਰ ਦੇਵਾਂ। ਇਹ ਸਾਧ ਸੰਗਤ ਜਿਸ ਤਰ੍ਹਾਂ ਦੀ ਨੀਤੀ ਨੂੰ ਕੁਟਿਲ ਨੀਤੀ ਕਹਿੰਦੇ ਨੇ, ਭਾਵ ਕਿ ਥੱਲੇ ਡਿੱਗਣ ਦਾ ਸਾਧ ਸੰਗਤ ਜੀ ਕੋਈ ਬੰਦੇ ਦਾ ਸਟੈਂਡ ਹੀ ਨਹੀਂ ਹੈ। ਜਿਹੜੇ ਵੀ ਮਰਜ਼ੀ ਲੈਵਲ ਤੱਕ ਬੰਦਾ ਡਿੱਗ ਸਕਦਾ ਹੈ। ਇਸ ਨੂੰ ਕਹਿੰਦੇ ਨੇ ਕੁਟਿਲ ਨੀਤੀ। ਲੋੜ ਪੈਣ 'ਤੇ ਖੋਤੇ ਨੂੰ ਪਿਓ ਕਹਿ ਦਿਓ ਅਤੇ ਪਿਓ ਨੂੰ ਖੋਤਾ ਕਹਿ ਦਿਓ। ਇਹਨੂੰ ਸਾਧ ਸੰਗਤ ਜੀ ਕੁਟਿਲ ਨੀਤੀ ਕਹਿੰਦੇ ਨੇ। ਰਾਜਨੀਤੀ ਕਹਿੰਦੇ ਨੇ ਰਾਜ ਪ੍ਰਬੰਧ ਚਲਾਉਣਾ, ਰਾਜ ਭਾਗ ਕਰਨਾ, ਦੂਜੇ ਰਾਜਿਆਂ ਦੇ ਨਾਲ ਕਿਵੇਂ ਆਪਾਂ ਸਾਧ ਸੰਗਤ ਜੀ ਵਿਵਹਾਰ ਕਰਨਾ ਹੈ, ਜਿਹਦੇ ਕਰਕੇ ਸਾਡਾ ਰਾਜ ਵੀ ਬਚਿਆ ਰਵੇ, ਆਉਣ ਵਾਲੀ ਪੀੜ੍ਹੀ ਵੀ ਰਾਜ ਕਰੇ। ਰਾਜਨੀਤੀ ਕਹਿੰਦੇ ਨੇ ਅਤੇ ਧਰਮ ਟਿਕਿਆ ਰਵੇ। ਧਰਮੀ ਬੰਦੇ ਹੋਣ, ਉਹਨੂੰ ਧਰਮ ਨੀਤੀ ਕਹਿੰਦੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਦੋ ਨੀਤੀਆਂ ਵਰਤ ਰਹੇ ਨੇ। ਇੱਕ ਤਾਂ ਸਾਧ ਸੰਗਤ ਜੀ ਧਰਮ ਨੀਤੀ ਅਤੇ ਦੂਸਰੀ ਰਾਜਨੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ 52 ਕਵੀ ਹੋਏ ਨੇ। ਉਹਨਾਂ 52 ਕਵੀਆਂ ਵਿੱਚੋਂ ਇੱਕ ਕਵੀ ਹੋਇਆ ਹੈ ਜਿਹਦਾ ਨਾਮ ਹੈ ਕਵੀ ਸੈਨਾਪਤ। ਅਤੇ ਕਵੀ ਸੈਨਾਪਤ ਨੇ ਸਾਧ ਸੰਗਤ ਜੀ ਜਿਹੜਾ ਚਣਾਕਾ ਰਾਜਨੀਤੀ ਜਿਹੜੀ ਪੁਸਤਕ ਹੈ ਜੋ ਸੰਸਕ੍ਰਿਤ ਵਿੱਚ ਸੀ, ਉਸ ਨੂੰ ਗੁਰਮੁਖੀ ਵਿੱਚ ਅਨੁਵਾਦ ਕਰਕੇ ਉਹਨੇ ਸਭ ਤੋਂ ਪਹਿਲਾਂ ਕਵੀ ਸੈਨਾਪਤ ਨੇ ਸਾਧ ਸੰਗਤ ਜੀ ਉਸ ਗ੍ਰੰਥ ਦਾ ਉਲੱਥਾ ਕੀਤਾ ਸੀ, ਗੁਰਮੁਖੀ ਦੇ ਵਿੱਚ ਅਨੁਵਾਦ ਕਰਾਇਆ ਸੀ। ਬਹੁਤ ਸਾਰੇ ਗ੍ਰੰਥਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਗੁਰਮੁਖੀ ਦੇ ਵਿੱਚ ਅਨੁਵਾਦ ਕਰਾਇਆ ਗਿਆ। ਗ੍ਰੰਥ ਜਿਹੜੇ ਨੇ ਸਾਧ ਸੰਗਤ ਜੀ ਰਿਸ਼ੀ ਮੁਨੀਆਂ ਦੇ ਆਪ ਦੇ ਅਨੁਭਵ ਹੁੰਦੇ ਨੇ। ਗ੍ਰੰਥ ਕਿਸੇ ਇੱਕ ਬੰਦੇ ਦੀ, ਕਿਸੇ ਇੱਕ ਕਮਿਊਨਿਟੀ ਦਾ ਰਜਿਸਟਰਡ ਕੀਤਾ ਹੋਇਆ ਕੋਈ ਮਲਕੀਅਤ ਵਾਲੀ ਸਾਧ ਸੰਗਤ ਜੀ ਕੋਈ ਚੀਜ਼ ਨਹੀਂ ਹੁੰਦੀ ਕਿ ਇਹ ਗ੍ਰੰਥ ਜੀ ਮੇਰਾ ਹੈ। ਗਿਆਨ ਜਿਹੜਾ ਨਾ ਸਾਧ ਸੰਗਤ ਜੀ ਇਹਦੇ 'ਤੇ ਕੋਈ ਸਟੈਂਪ ਨਹੀਂ ਲਾ ਸਕਦਾ ਕਿ ਇਹ ਗਿਆਨ ਮੇਰਾ ਆ। ਗਿਆਨ ਅਨੁਭਵ ਵਿੱਚੋਂ ਪੈਦਾ ਹੁੰਦਾ ਹੈ ਅਤੇ ਇਸ ਅਨੁਭਵੀ ਗਿਆਨ ਦੇ ਉੱਤੇ ਜਾਣਨ ਦਾ, ਸੁਣਨ ਦਾ, ਪੜ੍ਹਨ ਦਾ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਹੈ। ਜੇ ਸਾਰਿਆਂ ਨੂੰ ਹੱਕ ਹੈ ਫਿਰ ਤਾਂ ਉਹ ਗ੍ਰੰਥ ਜਿਹੜੇ ਨੇ ਸਭ ਤੋਂ ਸ੍ਰੇਸ਼ਟ ਨੇ। ਪਰ ਜੇ ਬੰਦਾ ਇੱਕੋ ਹੀ ਮੋਹਰ ਲਾ ਕੇ ਰੱਖੇ ਕਿ ਨਹੀਂ ਜੀ ਇਹ ਗ੍ਰੰਥ ਸਿਰਫ ਸਾਡਾ ਹੀ ਹੈ, ਇਹਨੂੰ ਅਸੀਂ ਮੱਥਾ ਟੇਕਣਾ, ਅਸੀਂ ਪੜ੍ਹਨਾ, ਹੋਰ ਕੋਈ ਪੜ੍ਹੇ ਨਾ, ਕੋਈ ਸੁਣੇ ਨਾ, ਕੋਈ ਵੇਖੇ ਹੀ ਨਾ, ਕਿਸੇ ਨੂੰ ਹੱਕ ਹੀ ਨਹੀਂ ਹੈ ਪੜ੍ਹਨ ਦਾ, ਫਿਰ ਸਾਧ ਸੰਗਤ ਜੀ ਉਸ ਗ੍ਰੰਥ ਦਾ ਕੋਈ ਬਹੁਤ ਲਾਭ ਨਹੀਂ ਜੇ ਹੁੰਦਾ। ਇਸ ਕਰਕੇ ਗ੍ਰੰਥ ਦੇ 4 ਅਨੁਬੰਧ ਹੁੰਦੇ ਨੇ। ਰੋਹ ਵਿਚਾਰ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 2 ਨੀਤੀ ਕਰਦੇ ਨੇ, ਇੱਕ ਧਰਮ ਨੀਤੀ ਅਤੇ ਇੱਕ ਰਾਜਨੀਤੀ। ਉਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ 2 ਗ੍ਰੰਥ ਬੜੇ ਹੀ ਸਾਧ ਸੰਗਤ ਜੀ ਪੜ੍ਹਨ ਵਾਲੇ ਨੇ, ਇੱਕ ਚਣਾਕਾ ਰਾਜਨੀਤੀ ਅਤੇ ਇੱਕ ਵਿਦੁਰ ਰਾਜਨੀਤੀ। ਇੱਕ ਸ਼ੋਕ ਰਾਜਨੀਤੀ ਵੀ ਆਉਂਦੀ ਹੈ ਪਰ ਉਹਦੇ ਵਿੱਚ ਕੁਟਿਲ ਨੀਤੀ ਆ ਜਾਂਦੀ ਹੈ। ਇਹ 2 ਜਿਹੜੀਆਂ ਨੀਤੀਆਂ ਨੇ ਨਾ, ਵਿਦੁਰ ਨੀਤੀ ਅਤੇ ਚਣਾਕਾ ਨੀਤੀ, ਇਹ ਗ੍ਰੰਥ ਬਹੁਤ ਹੀ ਦੁਰਲੱਭ ਹਨ ਅਤੇ ਪੜ੍ਹਨ ਵਾਲੇ ਹਨ, ਜਿਹਦੇ ਵਿੱਚੋਂ ਬਹੁਤ ਗਿਆਨ ਭਰਿਆ ਹੋਇਆ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਨੇ ਰਾਜ ਸਥਾਪਿਤ ਕਰਨਾ ਹੈ। ਜੇ ਖਾਲਸੇ ਦਾ ਰਾਜ ਹੋਵੇਗਾ ਤਾਂ ਹੀ ਸਾਧ ਸੰਗਤ ਜੀ ਲੁਕਾਈ ਜਿਹੜੀ ਹੈ ਉਹਦਾ ਭਲਾ ਹੋਵੇਗਾ। ਕਿਉਂਕਿ ਰਾਜ ਬਿਨਾ ਨਹਿ ਧਰਮ ਚੱਲੈ ਹੈ, ਧਰਮ ਬਿਨਾ ਸਭ ਦਲੇ ਮਲੈ ਹੈ। ਰਾਜ ਚੰਗੇ ਬੰਦਿਆਂ ਦਾ ਹੋਵੇ ਫਿਰ ਸਾਰੇ ਲੋਕ ਜਿਹੜੇ ਨੇ ਸੁਖੀ ਵਸਦੇ ਨੇ, ਅਤੇ ਭੈੜੇ ਲੋਕ, ਗੰਦੇ ਲੋਕ ਸਾਧ ਸੰਗਤ ਜੀ ਗੱਦੀ 'ਤੇ ਬੈਠ ਜਾਣ, ਫਿਰ ਜਿੱਥੇ ਸਾਧ ਸੰਗਤ ਜੀ ਲੋਕਾਈ ਦੇ ਨਾਲ, ਕਰਪਸ਼ਨ ਦੇ ਨਾਲ ਲੋਕਾਂ ਨੂੰ ਦੁੱਖ ਦਿੰਦੇ ਨੇ, ਉੱਥੇ ਹੀ ਸਾਰੇ ਦੇਸ਼ ਨੂੰ ਕਈ ਸਦੀਆਂ ਤੱਕ ਸਾਧ ਸੰਗਤ ਜੀ ਪਿਛਾੜ ਕੇ ਰੱਖ ਦਿੰਦੇ ਨੇ, ਪਿੱਛੇ ਧੱਕ ਦਿੰਦੇ ਨੇ। ਇਸ ਕਰਕੇ ਗੱਦੀ 'ਤੇ ਉਹ ਬੈਠੇ ਜਿਹੜਾ ਸਿਆਣਾ ਹੋਵੇ, ਸਾਰਿਆਂ ਦੇ ਹੱਕ ਦੀ ਗੱਲ ਕਰੇ, ਸਾਰਿਆਂ ਦੇ ਹੱਕ ਨੂੰ ਸਾਧ ਸੰਗਤ ਜੀ ਦਵੇ। ਇਹ ਨਹੀਂ ਕਿ ਪੇਟ ਵਿੱਚ, ਢਿੱਡ ਵਿੱਚ ਕੋਈ ਹੋਰ ਗੱਲ ਹੋਵੇ ਅਤੇ ਮੁੱਖ ਵਿੱਚ ਕੋਈ ਹੋਰ ਗੱਲ ਹੋਵੇ। ਸਤਿਗੁਰੂ ਸਾਹਿਬ ਜੀ ਨੇ ਖਾਲਸਾ ਪੈਦਾ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਸ ਦੀ ਸਾਧ ਸੰਗਤ ਜੀ ਨੀਂਹ ਪੱਥਰ ਮਹਾਰਾਜ ਸੱਚੇ ਪਾਤਸ਼ਾਹ
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੁਣ ਤੋਂ ਹੀ ਰੱਖ ਰਹੇ ਨੇ। ਜਹਾਂਗੀਰ ਬਾਦਸ਼ਾਹ ਦੇ ਨਾਲ ਗੱਲਬਾਤ ਕਰਦੇ ਨੇ। ਸਾਧ ਸੰਗਤ ਜੀ ਘੋੜ ਸਵਾਰ ਆਦਿਕ ਸ਼ਸਤਰ ਆਦਿਕ ਰੱਖਦੇ ਨੇ, ਜੋ ਕਿ ਕੁਝ ਅਣਜਾਣ ਜਿਹੜੇ ਸਿੱਖ ਨੇ ਉਹ ਸਾਧ ਸੰਗਤ ਜੀ ਪਿੱਠ ਪਿੱਛੇ ਨਿੰਦਿਆ ਕਰਦੇ ਨੇ ਕਿ ਵੇਖੋ ਜੀ, ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਿਆ ਕਰਦੇ ਸਨ, ਥਾਂ ਥਾਂ 'ਤੇ ਉਹਨਾਂ ਨੇ ਧਰਮਸਾਲ ਬਣਵਾਏ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਪ੍ਰਚਾਰ ਕੀਤਾ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਬਣਵਾਇਆ, ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਬਣਵਾਈ, ਸ੍ਰੀ ਤਰਨ ਤਾਰਨ ਸਾਹਿਬ ਦਾ ਸਾਧ ਸੰਗਤ ਜੀ ਅਸਥਾਨ ਜਿਹੜਾ ਹੈ ਪਵਿੱਤਰ ਉਹ ਪ੍ਰਗਟ ਕੀਤਾ। ਕਿੰਨੇ ਸ੍ਰੇਸ਼ਟ ਕੰਮ ਕੀਤੇ ਨੇ। ਪਰ ਇਹ ਵੇਖੋ ਇਹ ਕਿਸ ਤਰ੍ਹਾਂ ਦੇ ਗੁਰੂ ਹੋਏ ਨੇ। ਇਹ ਹਮੇਸ਼ਾ ਘੋੜੇ 'ਤੇ ਚੜ੍ਹੇ ਫਿਰਦੇ ਨੇ, ਕਦੇ ਕਿੱਧਰ ਨੂੰ ਚਲੇ ਜਾਂਦੇ ਨੇ, ਕਦੇ ਕਿੱਧਰ ਨੂੰ ਚਲੇ ਜਾਂਦੇ ਨੇ, ਕਦੀ ਸ਼ਿਕਾਰ ਖੇਡਣ ਚਲੇ ਜਾਂਦੇ ਨੇ। ਨਾ ਕੋਈ ਬਾਣੀ ਉਚਾਰਦੇ ਨੇ, ਨਾ ਕੋਈ ਬਾਣੀ ਸੁਣਦੇ ਨੇ, ਨਾ ਹੀ ਧਰਮਸਾਲ ਦੇ ਵਿੱਚ ਗੁਰੂ ਘਰ ਦੇ ਵਿੱਚ ਟਿਕ ਕੇ ਬੈਠਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਆਮ ਜਿਹੜੇ ਅਣਜਾਣ ਸਿੱਖ ਨੇ ਉਹ ਇਸ ਤਰ੍ਹਾਂ ਪਿੱਠ ਪਿੱਛੇ ਨਿੰਦਿਆ ਕਰਦੇ ਨੇ। ਅਤੇ ਫਿਰ ਵੇਖੋ ਜੀ, ਇਹਨਾਂ ਨੇ ਇੱਕ ਤੁਰਕਾਣੀ ਜਿਹੜੀ ਹੈ ਬੀਬੀ ਕੌਲਾ, ਉਹਨੂੰ ਆਪਣੇ ਕੋਲ ਰੱਖਿਆ ਹੋਇਆ ਹੈ। ਫਿਰ ਇਹਨੇ ਇੱਕ ਮੁਸਲਮਾਨ ਇੱਕ ਤੁਰਕੜਾ ਜਿਹੜਾ ਹੈ ਪੈਂਦੇ ਖਾਨ, ਉਹਦੀ ਸੁਣਦੇ ਨੇ, ਉਹਨੂੰ ਸ਼ਾਬਾਸ਼ੀ ਕਰਦੇ ਨੇ, ਉਹਨੂੰ ਖਾਣ ਪੀਣ ਨੂੰ ਰਜਵਾਂ ਭੋਜਨ ਦਿੰਦੇ ਨੇ, ਹੋਰ ਕਿਸੇ ਦੀ ਗੱਲ ਨਹੀਂ ਪੁੱਛਦੇ। ਵੱਡੇ ਵੱਡੇ ਗੁਰਸਿੱਖ ਹੋਏ ਨੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਹਨਾਂ ਨੂੰ ਨੇੜੇ ਬਿਠਾਉਂਦੇ ਨਹੀਂ ਤਾਂ ਪੈਂਦੇ ਖਾਨ ਨੂੰ ਨਾਲ ਲਾਈ ਰੱਖਦੇ ਫਿਰਦੇ ਨੇ। ਇਹ ਗੱਲ ਕੀ ਹੋ ਰਹੀ ਹੈ? ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਿੱਖ ਆਪਸ ਵਿੱਚ ਕਰਦੇ ਨੇ। ਅੱਗੇ ਜਿਵੇਂ ਪ੍ਰਸੰਗ ਚੱਲ ਰਿਹਾ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਸਿੱਖਨ ਮਹਿ ਹੋਇਓ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਸਿੱਖਾਂ ਵਿੱਚ ਆਪਸ ਵਿੱਚ ਚੱਲ ਰਹੀਆਂ ਹਨ। ਦੁਖ ਇਤਿਆਦਿਕ ਚਿਤ ਗੁਰ ਇਮ ਜੋਹਿਓ। ਜਿਹੜੇ ਸਾਧ ਸੰਗਤ ਜੀ ਗੁਰੂ ਘਰ ਦੇ ਪ੍ਰੇਮੀ ਨੇ, ਗੁਰੂ ਦੇ ਉੱਤੇ ਸ਼ਰਧਾ ਭਾਵਨਾ ਰੱਖਦੇ ਨੇ, ਕਦੀ ਉਹਨਾਂ ਨੇ ਗੁਰੂ ਦੇ ਉੱਤੇ ਤਰਕ ਨਹੀਂ ਕੀਤਾ, ਕਦੀ ਮਨ ਵਿੱਚ ਕੋਈ ਡਾਊਟ ਨਹੀਂ ਆਇਆ, ਕਦੀ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਕੀਤਾ, ਉਹਨਾਂ ਦਾ ਹਿਰਦਾ ਜਿਹੜਾ ਹੈ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਦੁਖੀ ਹੋ ਰਿਹਾ ਹੈ। ਬਹੁਰ ਵਿਆਹ ਕੋ ਦਿਨ ਨਿਰਾਇਓ। ਫਿਰ ਵੇਖੋ ਜੀ, ਬੀਬੀ ਵੀਰੋ ਜੀ ਦਾ ਜਿਹੜਾ ਵਿਆਹ ਦੇ ਦਿਨ ਨੇ ਨਾ, ਉਹ ਵੀ ਨੇੜੇ ਆ ਗਏ ਹਨ। ਸਕਲ ਮਸੰਦਨ ਬਾਕ ਅਲਾਇਓ। ਸਾਰੇ ਜਿਹੜੇ ਸਾਧ ਸੰਗਤ ਜੀ ਉਗਰਾਈ ਕਰਨ ਵਾਲੇ ਜਿਹੜੇ ਮਸੰਦ ਸਨ, ਇਹਨਾਂ ਨੇ ਆਪਸ ਵਿੱਚ ਇਸ ਤਰ੍ਹਾਂ ਗੁਰਮਤਾ ਕੀਤਾ, ਗੱਲਬਾਤ ਕੀਤੀ ਹੈ। ਕੀਜਹਿ ਮੇਲ ਬੁਲਾਵਨ ਸਾਰੋ। ਦੇਖੋ ਜੀ, ਸਾਰੀ ਸੰਗਤਾਂ ਜਿਹੜੀਆਂ ਨੇ, ਸਾਰੇ ਜਿੰਨੇ ਵੀ ਸਾਕ ਸੰਬੰਧੀ ਨੇ, ਰਿਸ਼ਤੇਦਾਰ ਨੇ, ਸਾਰਿਆਂ ਦੇ ਤਾਈਂ ਸੱਦਾ ਪੱਤਰ ਭੇਜਣਾ ਕਰੋ। ਕਾਜ ਮਹਾ ਕਿਮ ਹਿਰਦੈ ਵਿਸਾਰੋ। ਕਹਿੰਦੇ ਕਾਜ ਜਿਹੜਾ ਹੈ, ਕੰਮ ਜਿਹੜਾ ਹੈ, ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਇਸ ਨੂੰ ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਵਿਆਹ ਦੇ ਦਿਨ ਨੇੜੇ ਆ ਰਹੇ ਹਨ। ਕਰਹੁ ਕਰਾਹੇ ਅਬਹਿ ਚਰਾਵਨ। ਸੋ ਹੁਣ ਤੋਂ ਹੀ ਜਿਹੜੇ ਕੜਾਹੇ ਨੇ ਨਾ, ਇਹਨਾਂ ਨੂੰ ਚੜਾ ਦਿਓ ਤੇ ਵੰਨ ਸਵੰਨੀਆਂ ਮਿਠਿਆਈਆਂ ਜਿਹੜੀਆਂ ਨੇ, ਪਕਵਾਨ ਜਿਹੜੇ ਨੇ ਉਹ ਬਣਾਉਣਾ ਸ਼ੁਰੂ ਕਰ ਦਿਓ। ਕਿਉਂਕਿ ਵਿਆਹ ਦੇ ਮੌਕੇ 'ਤੇ ਬਹੁਤ ਸਾਰੇ ਰਿਸ਼ਤੇਦਾਰ ਜਿਹੜੇ ਨੇ, ਸੋਢੀ ਵੰਸ਼ ਦੇ, ਭੱਲੇ ਵੰਸ਼ ਦੇ, ਤ੍ਰੇਹਣ ਵੰਸ਼ ਦੇ, ਬੇਦੀ ਕੁਲ ਦੇ, ਜਿੰਨੇ ਵੀ ਸਾਧ ਸੰਗਤ ਜੀ ਰਿਸ਼ਤੇਦਾਰ ਨੇ, ਨੇੜਲੇ ਦੂਰਲੇ, ਸਾਰਿਆਂ ਨੂੰ ਸੱਦਾ ਪੱਤਰ ਦੇਣਾ ਜੇ, ਸਾਰਿਆਂ ਨੇ ਆਉਣਾ ਹੈ। ਇਸ ਕਰਕੇ ਉਹਦੀ ਤਿਆਰੀ ਹੁਣ ਤੋਂ ਹੀ ਕਰਨੀ ਚਾਹੀਦੀ ਹੈ। ਆਇਸ ਦੇਹੋ ਪਕਵਾਨ ਪਕਾਵਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਨੇ, ਮਹਾਰਾਜ ਸਾਨੂੰ ਆਗਿਆ ਦੇਣਾ ਕਰੋ ਕਿ ਅਸੀਂ ਵੰਨ ਸੁਵੰਨੀਆਂ ਮਿਠਾਈਆਂ ਜਿਹੜੀਆਂ ਨੇ, ਪਦਾਰਥ ਜਿਹੜੇ ਨੇ ਉਹ ਬਣਾਉਣਾ ਸ਼ੁਰੂ ਕਰ ਦਈਏ। ਆਗੈ ਗੰਗਾ ਮਾਤ ਸੁਜਾਨਾ। ਵੇਖੋ ਜੀ, ਪਹਿਲਾਂ ਤਾਂ ਮਾਤਾ ਗੰਗਾ ਜੀ ਬਹੁਤ ਸਿਆਣੇ ਸਨ। ਕੋਈ ਵੀ ਕੰਮ ਕਰਨਾ ਹੋਵੇ, ਸਭ ਤੋਂ ਪਹਿਲਾਂ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ
ਬੜੇ ਸਹੀ ਤਰੀਕੇ ਦੇ ਨਾਲ, ਢੰਗ ਤਰੀਕੇ ਦੇ ਨਾਲ ਮਾਤਾ ਗੰਗਾ ਜੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਂਦੇ ਸਨ। ਕਾਜ ਸੰਭਾਰਤ ਜਿਤਕ ਮਹਾਨ, ਜਿੰਨੇ ਵੀ ਵੱਡੇ ਵੱਡੇ ਕਾਰਜ ਨੇ ਮਾਤਾ ਗੰਗਾ ਜੀ ਸਾਰਾ ਕੁਝ ਸੰਭਾਲ ਲੈਂਦੇ ਸਨ। ਜਥਾ ਜੋਗ ਮੰਗਲ ਕਰਵਾਵਤ, ਸਾਰਿਆਂ ਦੇ ਤਾਈ ਜਿੰਨੇ ਵੀ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਸਾਰਿਆਂ ਦੇ ਤਾਈਂ ਸੱਦਾ ਪੱਤਰ ਦੇ ਕਰਕੇ ਬਹੁਤ ਖੁਸ਼ੀ ਜਿਹੜੀ ਹੈ ਉਹ ਮਨਾਉਣਾ ਕਰਦੇ ਸਨ। ਆਇਸ ਦੇਤੇ ਨੀਕ ਬਨਾਵਤ, ਇਸ ਤਰ੍ਹਾਂ ਆਪਣੀ ਦੇਖ ਰੇਖ ਹੇਠ ਆਪਣੀ ਜ਼ਿੰਮੇਵਾਰੀ ਦੇ ਨਾਲ ਮਾਤਾ ਗੰਗਾ ਜੀ ਸਾਰੇ ਜਿਹੜੇ ਕਾਰਜ ਨੇ ਨਾ ਵਿਆਹ ਦੇ ਉਹ ਬਖੂਬੀ ਜਾਣਦੇ ਸਨ, ਕਰ ਲੈਂਦੇ ਸਨ। ਪਰ ਹੁਣ ਮਾਤਾ ਗੰਗਾ ਜੀ ਸਰੀਰ ਤਿਆਗ ਚੁੱਕੇ ਹਨ ਤੇ ਹੁਣ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਦੇ ਰਹੇ। ਅਬ ਤੋ ਰਾਵਰ ਕੇ ਇਖਤਿਆਰ, ਵੇਖੋ ਜੀ ਹੁਣ ਤਾਂ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰਾ ਕੁਝ ਆਪ ਜੀ ਦੇ ਹੁਕਮ ਵਿੱਚ ਹੈ। ਜਿਵੇਂ ਆਪ ਜੀ ਹੁਕਮ ਕਰੋਗੇ ਤਿਵੇਂ ਅਸੀਂ ਕਰਾਂਗੇ। ਕਰਵਾਵੋ ਸਭ ਕਾਰਜ ਤਿਆਰ, ਸਾਰੇ ਜਿਹੜੇ ਕੰਮ ਨੇ ਨਾ, ਸਾਰੀਆਂ ਤਿਆਰੀਆਂ ਜਿਹੜੀਆਂ ਨੇ ਨਾ ਤੁਸੀਂ ਆਪ ਕਰਵਾਉਣਾ ਕਰੋ। ਸੁਨ ਗੁਰ ਕਿਤਕ ਕਾਲ ਨਹਿ ਕਹਿਓ, ਸਾਰੀਆਂ ਗੱਲਾਂ ਜਿਹੜੀਆਂ ਨੇ ਮਸੰਦਾਂ ਦੀਆਂ ਸੁਣ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁਣ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਕੋਈ ਜਵਾਬ ਨਹੀਂ ਦਿੱਤਾ। ਇਹ ਤਾਂ ਇਹ ਗੱਲ ਹੋਈ ਨਾ ਕਿ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਕਿਹੜਾ ਕਵੇ ਰੱਬ ਨੂੰ ਕਿ ਰੱਬਾ ਇੱਦਾਂ ਨਹੀਂ ਇੱਦਾਂ ਕਰ। ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਨੇ, ਸਤਿਗੁਰੂ ਸਾਹਿਬ ਜੀ ਸਾਰੇ ਸੰਸਾਰ ਦੀ ਉਹਨਾਂ ਨੂੰ ਫਿਕਰ ਹੈ। ਇਹ ਸਾਧ ਸੰਗਤ ਜੀ ਜਿਨ੍ਹਾਂ ਦੀ ਸੰਸਾਰਿਕ ਦ੍ਰਿਸ਼ਟੀ ਨੇ ਸਿਰਫ ਤੇ ਸਿਰਫ ਬੌਧਿਕ ਤਲ ਤੇ ਸਤਿਗੁਰੂ ਨੂੰ ਵੇਖਦੇ ਨੇ ਕਿ ਸਤਿਗੁਰੂ ਜੀ ਸਿਰਫ ਸਾਡੇ ਵਰਗੇ ਆਮ ਇਨਸਾਨ ਨੇ ਜੀ, ਰੱਬ ਦਾ ਰੂਪ ਨਹੀਂ ਗੇ, ਸਾਡੇ ਵਰਗੇ ਆਮ ਮਨੁੱਖ ਹੀ ਨੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਜ਼ਿੰਮੇਵਾਰੀਆਂ ਦਾ ਪਤਾ ਨਹੀਂ। ਇਹ ਇਹਨਾਂ ਦੀ ਮਸੰਦਾਂ ਦੀ ਦ੍ਰਿਸ਼ਟੀ ਕੌਣ ਹੈ? ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰੀਆਂ ਗੱਲਾਂ ਨੂੰ ਜਾਣਦੇ ਨੇ, ਸਮਝਦੇ ਹਨ। ਆਗੇ ਬਿਘਨ ਹੋਨ ਕੋ ਲਹਿਓ, ਜਿਹੜਾ ਆਉਣ ਵਾਲਾ ਸਮਾਂ ਹੈ ਨਾ ਜੰਗ ਦਾ, ਉਸ ਵਿਘਨ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੰਗੀ ਤਰ੍ਹਾਂ ਜਾਣਦੇ ਨੇ। ਹੋਵੇ ਨਾ ਸਾਕ ਸੰਬੰਧੀ ਸਾਰੇ ਨੂੰ ਸੱਦ ਲਈਏ ਤੇ ਵਿੱਚੇ ਕੋਈ ਜੰਗ ਲੱਗ ਜਾਵੇ ਤੇ ਸਾਧ ਸੰਗਤ ਜੀ ਅੱਧੇ ਤੋਂ ਵੱਧ ਪਰਿਵਾਰ ਦੇ ਰਿਸ਼ਤੇਦਾਰ ਹੀ ਜੰਗ ਦੇ ਵਿੱਚ ਮਾਰੇ ਜਾਣਗੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣਦੇ ਨੇ ਕਿ ਸਮਾਂ ਕਿਸ ਤਰ੍ਹਾਂ ਦਾ ਆਉਣ ਵਾਲਾ ਹੈ ਤੇ ਉਸ ਸਮੇਂ ਨੂੰ ਅੱਗੇ ਨੂੰ ਸਾਧ ਸੰਗਤ ਜੀ ਜਾਣ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਠੀਕ ਹੈ ਜਿਹੜੀਆਂ ਤਿਆਰੀਆਂ ਕਰਨੀਆਂ ਨੇ ਕਰ ਲਓ, ਪਰ ਜਿਹੜੇ ਸਾਖ ਸੰਬੰਧੀ ਨੇ ਇਹਨਾਂ ਨੂੰ ਨਾ ਸਦਨਾ ਕਰੋ। ਮੌਨ ਠਾਨ ਕਰ ਬੈਠੇ ਸੁਆਮੀ, ਮਹਾਰਾਜ ਸੱਚੇ ਪਾਤਸ਼ਾਹ ਬੇਪਰਵਾਹ ਨੇ, ਕਿਸੇ ਦੀ ਪਰਵਾਹ ਨਹੀਂ ਸਤਿਗੁਰੂ ਨੂੰ। ਇਸ ਕਰਕੇ ਮਹਾਰਾਜ ਚੁੱਪ ਕਰਕੇ ਬੈਠੇ ਹਨ। ਕੁਛ ਨ ਬਖਾਨਿਓ ਅੰਤਰ ਜਾਮੀ, ਅੰਤਰ ਜਾਮੀ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਤਰ ਜਾਮੀ ਹਨ। ਮਹਾਰਾਜ ਨੇ ਮਸੰਦਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਭਿਖ ਸੁਭਾਵ ਕੋ ਸਭ ਬਿਸਮਾਏ, ਇਸ ਤਰ੍ਹਾਂ ਦੇ ਸੁਭਾਅ ਨੂੰ ਵੇਖ ਕਰਕੇ ਸਾਰੇ ਮਸੰਦ ਜਿਹੜੇ ਨੇ ਬੜੇ ਹੈਰਾਨ ਹੋ ਗਏ। ਕਹਾਂ ਗੁਰੂ ਗਤ ਲਖੀ ਨ ਜਾਏ, ਸਾਰੇ ਮਨ ਵਿੱਚ ਸੋਚਦੇ ਨੇ ਕਿ ਸਤਿਗੁਰੂ ਜੀ ਕੀ ਸੋਚ ਰਹੇ ਨੇ। ਸਤਿਗੁਰੂ ਦੀ ਗਤੀ ਜਿਹੜੀ ਹੈ ਕੋਈ ਜਾਣੀ ਨਹੀਂ ਜਾਂਦੀ। ਬਾਣੀ ਵੀ ਕਥਨ ਕਰਦੀ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰਬਹ ਲੋਗ ਸਿਆਣੇ। ਪਰ ਸਤਿਗੁਰੂ ਨੇ ਕੀ ਕਰ ਦੇਣਾ ਜੇ ਪਲ ਦੇ ਵਿੱਚ ਕੀੜੀ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਅਕਾਲ ਪੁਰਖ ਵਾਹਿਗੁਰੂ ਨੇ ਇੱਕ ਛਣ ਦੇ ਵਿੱਚ ਕੀ ਕਰ ਦੇਣਾ, ਇਹ ਸਾਧ ਸੰਗਤ ਜੀ ਕੋਈ ਨਹੀਂ ਜਾਣਦਾ। ਇੱਥੋਂ ਤੱਕ ਕਿ ਵੱਡੇ ਵੱਡੇ ਵੇਦ ਵੀ ਜੇ ਨਾ
ਸਾਧ ਸੰਗਤ ਜੀ, ਵੇਦ ਨ ਜਾਣਹਿ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਵੇਦ ਵੀ ਪਰਮੇਸ਼ਰ ਦਾ ਅੰਤ ਨਹੀਂ ਜਾਣਦੇ। ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਪਰਮਾਤਮਾ ਨੇ ਕੀ ਕਰ ਦੇਣਾ ਇੱਕ ਛਿਣ ਦੇ ਵਿੱਚ, ਇਹ ਵੇਦ ਵੀ ਨਹੀਂ ਜਾਣਦੇ। ਕੋਈ ਸਿਆਣਾ, ਕੋਈ ਬ੍ਰਹਮ ਗਿਆਨੀ, ਕੋਈ ਮਹਾਪੁਰਸ਼, ਵੱਡੇ ਵੱਡੇ ਸਾਧ ਸੰਗਤ ਜੀ ਨਹੀਂ ਜਾਣਦੇ ਕਿਸੇ ਦੀ ਕਿੰਨੀ ਕੁ ਦ੍ਰਿਸ਼ਟੀ ਹੈ। ਸਾਧ ਸੰਗਤ ਜੀ, ਇਹ ਪਰਮਾਤਮਾ ਹੀ ਜਾਣਦਾ ਹੈ ਕਿਸੇ ਦੀ ਕਿੰਨੀ ਔਕਾਤ ਹੈ, ਕੌਣ ਕਿੰਨੀ ਕੁ ਦੂਰ ਵੇਖ ਸਕਦਾ ਜੇ, ਇਹ ਪਰਮਾਤਮਾ ਹੀ ਜਾਣਦਾ ਹੈ। ਇਸ ਕਰਕੇ ਪਰਮਾਤਮਾ ਨੇ ਕੀ ਕਰ ਦੇਣਾ ਇੱਕ ਛਣ ਦੇ ਵਿੱਚ, ਕੋਈ ਨਹੀਂ ਜੇ ਪਤਾ। ਇਸ ਕਰਕੇ ਮਸੰਦ ਜਿਹੜੇ ਨੇ ਉਹ ਵੇਖਦੇ ਨੇ ਕਿ ਸਤਿਗੁਰੂ ਦੀ ਕਿਸ ਤਰ੍ਹਾਂ ਦੀ ਅਵਸਥਾ ਹੈ। ਭਿਖ ਸੁਭਾਵ ਕੋ ਸਭ ਬਿਸਮਾਏ, ਵੇਖ ਕਰਕੇ ਸਤਿਗੁਰਾਂ ਨੂੰ ਸਾਰੇ ਹੈਰਾਨ ਹੋ ਗਏ ਹਨ। ਕਹਾਂ ਗੁਰੂ ਗਤ ਲਖੀ ਨ ਜਾਏ, ਸਤਿਗੁਰੂ ਦੀ ਕੀ ਮਰਜ਼ੀ ਹੈ ਕੋਈ ਨਹੀਂ ਜਾਣਦਾ। ਬਹੁਰੋ ਮੰਦਰ ਜਾਏ ਪਰਵੇਸੇ, ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਬਾਰ ਤੋਂ ਉੱਠੇ ਨੇ ਤੇ ਘਰਾਂ ਵੱਲ ਗਏ ਹਨ। ਫਿਰ ਪ੍ਰਯੰਕ ਪਰ ਜਬ ਹੂੰ ਬੈਸੇ, ਜਦੋਂ ਸਤਿਗੁਰੂ ਸਾਹਿਬ ਜੀ ਮੰਜੇ ਦੇ ਉੱਤੇ, ਸਾਧ ਸੰਗਤ ਜੀ ਪਲੰਘੇ ਦੇ ਉੱਤੇ ਬੈਠੇ ਹਨ, ਤਬ ਦਮੋਦਰੀ ਚਲ ਕਰ ਆਈ। ਹੁਣ ਮਾਤਾ ਦਮੋਦਰੀ ਜੀ ਨੂੰ ਤਾਂ ਚਿੰਤਾਵਾਂ ਹਨ। ਮਾਤਾ ਦਮੋਦਰੀ ਜੀ ਚਿੰਤਾਤੁਰ ਹੋ ਕਰਕੇ ਆਪਣੇ ਪਤੀ ਪਰਮੇਸ਼ਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਚੱਲ ਕਰਕੇ ਆਈ ਹੈ। ਸੁਤਾ ਵਿਆਹ ਕੀ ਗਥ ਸਮਝਾਈ, ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਦੀ ਸਾਰੀ ਗੱਲ ਜਿਹੜੀ ਹੈ ਉਹ ਸਤਿਗੁਰਾਂ ਜੀ ਦੇ ਤਾਂ ਹੀ ਦੱਸਣਾ ਕੀਤੀ। ਕਿਉ ਨਾ ਕਰਵਾਵਤ ਹੋ ਸਭ ਆਹਰ, ਮਾਤਾ ਜੀ ਕਹਿੰਦੇ ਨੇ ਕਿ ਹੇ ਪਤੀ ਪਰਮੇਸ਼ਵਰ ਜੀ, ਆਪ ਜੀ ਕਿਉਂ ਨਹੀਂ ਸਾਰੇ ਕੰਮਾਂ ਨੂੰ ਕਰਾਉਣਾ ਕਰਦੇ ਹੋ? ਕਿਉਂ ਤੁਸੀਂ ਚੁੱਪ ਕਰਕੇ ਬੈਠੇ ਹੋ? ਕੋਈ ਗੱਲ ਕਿਉਂ ਨਹੀਂ ਕਰਦੇ? ਹੁਣ ਵਿਆਹ ਦੇ ਦਿਨ ਜਿਹੜੇ ਨੇ ਨੇੜੇ ਆ ਚੁੱਕੇ ਹਨ। ਕਾਜ ਵਿਸਾਲ ਬਿਦਤ ਭਾ ਜਾਹਰ, ਸਾਰੀਆਂ ਸੰਗਤਾਂ ਦੇ ਤਾਈਂ ਸਾਰਿਆਂ ਨੂੰ ਪਤਾ ਹੈ, ਪ੍ਰਗਟ ਹੀ ਹੈ ਕਿ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਣ ਵਾਲਾ ਹੈ। ਅਬਹਿ ਕਰਾਹੇ ਕਹਿ ਚਰਵਾਵੋ, ਹੁਣੇ ਤੁਸੀਂ ਕਹਿ ਕਰਕੇ ਨਾ ਸੰਗਤਾਂ ਦੇ ਤਾਈਂ, ਸੇਵਾਦਾਰਾਂ ਦੇ ਤਾਈਂ ਕੜਾਹੇ ਜਿਹੜੇ ਨੇ ਚੜਾ ਦਿਓ, ਵੰਨ ਸੁਵੰਨੀਆਂ ਮਿਠਿਆਈਆਂ ਜਿਹੜੀਆਂ ਨੇ ਉਹ ਤਿਆਰ ਕਰਵਾ ਲਵੋ। ਜਿਤ ਕਿਤ ਤੇ ਸਭ ਮੇਲ ਬੁਲਾਵੋ, ਤੇ ਜਿੱਧਰੋਂ ਕਿਧਰੋਂ ਸਾਰੇ ਪਾਸਿਓਂ ਦੂਰੋਂ ਨੇੜਿਓਂ ਜਿੰਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਨੇ ਸਾਰਿਆਂ ਦੇ ਤਾਈਂ ਸੱਦਾ ਪੱਤਰ ਭੇਜਣਾ ਕਰੋ। ਸ੍ਰੀ ਸਤਿਗੁਰ ਸੁਨ ਤਬ ਹੈ ਬਖਾਨਾ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਦਮੋਦਰੀ ਜੀ ਦੇ ਬਚਨਾਂ ਨੂੰ ਸੁਣ ਕਰਕੇ ਇਸ ਤਰ੍ਹਾਂ ਕਿਹਾ, ਕਰਹੁ ਪਕਾਵਨ ਗਨ ਪਕਵਾਨਾ। ਕਹਿੰਦੇ ਹੇ ਭਗਵਾਨੇ, ਜਿੰਨੇ ਵੀ ਰਿਸ਼ਤੇਦਾਰਾਂ ਨੇ ਆਉਣਾ ਹੈ ਠੀਕ ਹੈ ਜੇ ਤੁਹਾਡੀ ਇੱਛਾ ਹੈ, ਪਕਵਾਨ ਜਿਹੜੇ ਨੇ, ਮਿਠਾਈਆਂ ਜਿਹੜੀਆਂ ਨੇ ਉਹ ਤਿਆਰ ਕਰਵਾ ਲਵੋ। ਮੇਲ ਹਕਾਰਨ ਬਨ ਹੈ ਨ ਅਬਹੀ, ਪਰ ਜਿਹੜਾ ਹੁਣੇ ਹੀ ਰਿਸ਼ਤੇਦਾਰਾਂ ਨੂੰ ਸੱਦਣਾ ਹੈ ਇਹ ਤੁਸੀਂ ਨਾ ਕਰਨਾ ਕਰੋ। ਅਪਰਕਾਰ ਤਿਆਰੀ ਕਰ ਸਭਹੀ, ਹੋਰ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਨਾ ਉਹ ਤੁਸੀਂ ਕਰਵਾ ਲਵੋ। ਸੁਨ ਦਮੋਦਰੀ ਉਰ ਬਿਸਮਾਈ, ਸੁਣ ਕਰਕੇ ਆਪਣੀ ਪਤੀ ਦੇਵ ਦੇ ਬਚਨਾਂ ਨੂੰ ਮਾਤਾ ਦਮੋਦਰੀ ਜੀ ਬਹੁਤ ਮਨ ਵਿੱਚ ਹੈਰਾਨ ਹੋਏ ਹਨ। ਇਹ ਕਿਮ ਬੋਲਤ ਲਖੀ ਨ ਜਾਈ, ਇਹ ਕਿਸ ਤਰ੍ਹਾਂ ਬੋਲਦੇ ਨੇ? ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਨੂੰ ਪਤਾ ਹੈ ਕਿ ਅੱਗੇ ਕੀ ਹੋਣ ਵਾਲਾ ਜੇ, ਅੱਗੇ ਜੰਗ ਹੋਣ ਵਾਲੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਹੋਵੇਗੀ, ਤੇ ਕਿਵੇਂ ਅਸੀਂ ਰਿਸ਼ਤੇਦਾਰਾਂ ਨੂੰ ਹੁਣੇ ਸੱਦ ਲਈਏ? ਸਤਿਗੁਰੂ ਜੀ ਤਾਂ ਅੰਤਰਜਾਮੀ ਨੇ, ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ। ਪਰ ਆਮ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਸਾਧ ਸੰਗਤ ਜੀ ਕੱਲ ਦਾ ਨਹੀਂ ਪਤਾ ਹੁੰਦਾ, ਸ਼ਾਮ ਨੂੰ ਕੀ ਹੋਣਾ ਇਹ ਨਹੀਂ ਪਤਾ ਹੁੰਦਾ, ਤੇ ਫਿਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੌ ਸ਼ੰਕੇ ਕਰਦੇ ਨੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਕਰਦੇ ਨੇ, ਕਿਉਂ ਕਰਦੇ ਨੇ। ਸਾਡੇ ਮਨਾਂ ਦੇ ਵਿੱਚ ਵੀ ਅਸੀਂ ਕਈ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਨੇ, ਮਹਾਰਾਜ ਆਹ ਕਰ ਦਿਓ, ਮਹਾਰਾਜ ਆਹ ਦੇ ਦਿਓ, ਪਰ ਜਦੋਂ ਪੂਰੀ ਨਹੀਂ ਹੁੰਦੀ ਸਾਡਾ ਮਨ ਸਾਧ ਸੰਗਤ ਜੀ ਸ਼ਰਧਾ ਤੋਂ ਹੀਣਾ ਹੋ ਜਾਂਦਾ ਜੇ, ਸ਼ਰਧਾ ਟੁੱਟ ਜਾਂਦੀ ਹੈ। ਫਿਰ ਕਈ ਦਿਨ ਅਸੀਂ ਗੁਰਦੁਆਰੇ ਮੱਥਾ ਨਹੀਂ ਟੇਕਣ ਆਉਂਦੇ ਆ, ਫਿਰ ਸਾਧ ਸੰਗਤ ਜੀ ਸੇਵਾ ਜਿਹੜੀ ਹੈ ਉਹ ਛੱਡ ਦਿੰਦੇ ਆ। ਕਈ ਬੰਦੇ ਤਾਂ ਨਿਤਨੇਮ ਕਰਨਾ ਛੱਡ ਦਿੰਦੇ ਆ, ਲਓ ਜੀ ਸਾਡੀ ਇੱਛਾ ਨਹੀਂ ਪੂਰੀ ਹੋਈ, ਇੰਨੇ ਸਾਲਾਂ ਤੋਂ ਅਸੀਂ ਨਿਤਨੇਮ ਕਰਦੇ ਹਾਂ, ਸਾਡੀ ਇੱਛਾ ਨਹੀਂ ਪੂਰੀ ਹੋਈ।
ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਕਿਸ ਨੂੰ ਕੀ ਚੀਜ਼ ਦੇਣੀ ਹੈ, ਕਿਸ ਬੰਦੇ ਨੂੰ ਕਦੋਂ ਦੇਣੀ ਹੈ, ਕਿਵੇਂ ਦੇਣੀ ਹੈ, ਕਿਹਦੇ ਪਰਥਾਏ ਦੇਣੀ ਹੈ, ਸਤਿਗੁਰੂ ਜੀ ਜਾਣਦੇ ਨੇ। ਇਸ ਕਰਕੇ ਜਦੋਂ ਆਪਾਂ ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਆ ਗਏ ਨਾ, ਤੇ ਸਾਧ ਸੰਗਤ ਜੀ ਮਨ ਦੇ ਵਿੱਚ ਇਹੀ ਭਾਵਨਾ ਰੱਖਣੀ ਹੈ ਕਿ ਹੁਕਮ ਮੰਨੈ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਣਾ ਜਿਹੜਾ ਹੈ ਨਾ ਸਾਧ ਸੰਗਤ ਜੀ, ਗੁਰੂ ਸਾਰਾ ਜਾਣਦਾ ਹੈ। ਕੱਲ ਕੀ ਹੋਣਾ, ਪਰਸੋਂ ਕੀ ਹੋਣਾ, ਸਾਰਾ ਕੁਝ ਜਾਣਦੇ। ਨਿੰਦਿਆ, ਵਡਿਆਈ, ਜੰਮਣਾ, ਮਰਨਾ, ਵਿਆਹ, ਇਹ ਸਾਰਾ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ। ਜਿੰਨੀ ਨਿੰਦਿਆ ਹੋਣੀ ਹੈ ਸਮਾਜ ਦੇ ਵਿੱਚ ਹੋਣੀ ਹੀ ਹੈ, ਜਿੰਨੀ ਵਡਿਆਈ ਮਿਲਣੀ ਹੈ ਮਿਲਣੀ ਹੀ ਹੈ। ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੈ। ਇੱਕੋ ਹੀ ਵਾਰ ਪਰਮਾਤਮਾ ਨੇ ਸਾਰੀਆਂ ਦਾਤਾਂ ਜਿਹੜੀਆਂ ਨੇ ਲਿਖ ਦਿੱਤੀਆਂ ਨੇ, ਉਹਦੇ ਅਨੁਸਾਰ ਹੀ ਮਿਲਣਾ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪੀਏ, ਤੇ ਜੇ ਕੁਝ ਮਿਲਦਾ ਹੈ ਉਹਦਾ ਧੰਨਵਾਦ ਕਰੀਏ, ਜੇ ਨਹੀਂ ਮਿਲਦਾ ਤਾਂ ਵੀ ਪਰਮੇਸ਼ਰ ਦਾ ਧੰਨਵਾਦ ਕਰੀਏ। ਦੁੱਖ ਆਉਣ ਤਾਂ ਵੀ ਵਾਹਿਗੁਰੂ 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 ਦਾ ਸਿਮਰਨ ਕਰੀਏ, ਧੰਨਵਾਦ ਕਰੀਏ। ਸੁਖ ਆਉਣ ਤਾਂ ਵੀ ਹੰਕਾਰੀ ਨਾ ਹੋਈਏ, ਰੱਬ ਦਾ ਭਲਾ ਮੰਗੀਏ। ਸਾਰੇ ਜੀਵਾਂ ਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਸਭ ਦਾ ਭਲਾ ਮੰਗੀਏ। ਇਹਦੇ ਵਿੱਚ ਹੀ ਸੁਖ ਹੈ। ਕਹਿਓ ਸਭਨ ਸੋ ਕਰਨੀ ਕਾਰ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸੇਵਾਦਾਰਾਂ ਦੇ ਤਾਈਂ ਸਾਰੀਆਂ ਤਿਆਰੀਆਂ ਕਰਨ ਵਾਸਤੇ ਹੁਕਮ ਕਰ ਦਿੱਤਾ ਹੈ। ਨਹਿ ਇੱਕ ਕੀਨਸ ਮੇਲ ਹਕਾਰ। ਤੇ ਸਾਧ ਸੰਗਤ ਜੀ, ਪਰ ਜਿੰਨੇ ਵੀ ਰਿਸ਼ਤੇਦਾਰ ਨੇ ਕਿਸੇ ਇੱਕ ਨੂੰ ਵੀ ਸੱਦਾ ਪੱਤਰ ਨਹੀਂ ਭੇਜਿਆ। ਭਾਂਤ ਭਾਂਤ ਕੀ ਹੋਤ ਮਿਠਾਈ। ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਜਿਹੜੀਆਂ ਨੇ, ਪਕਵਾਨ ਜਿਹੜੇ ਨੇ, ਉਹ ਸਾਧ ਸੰਗਤ ਜੀ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਰ ਕਰ ਤਿਆਰ ਤਰਹਿ ਇੱਕ ਠਾਈ। ਸੇਵਾਦਾਰ ਜਿਹੜੇ ਨੇ, ਸਿੱਖ ਸੰਗਤਾਂ ਜਿਹੜੀਆਂ ਨੇ, ਸਤਿਗੁਰਾਂ ਦਾ ਹੁਕਮ ਮੰਨ ਕਰਕੇ ਤਿਆਰ ਕਰ ਰਹੀਆਂ ਹਨ। ਲੋਕਨ ਵਿਖੈ ਬਿੰਦਤ ਸਭ ਹੋਈ। ਹੁਣ ਵੇਖੋ ਸਾਰੇ ਪਾਸੇ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਹੈ, ਇਸ ਗੱਲ ਦਾ ਪ੍ਰਚਾਰ ਹੋ ਗਿਆ। ਮੇਲ ਬੁਲਾਵਨ ਕੀਓ ਨਾ ਕੋਈ। ਵੇਖੋ ਜੀ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਬੱਚੀ ਦਾ, ਆਪਣੀ ਬੇਟੀ ਦੇ ਵਿਆਹ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਜੀ ਸੱਦਾ ਪੱਤਰ ਨਹੀਂ ਭੇਜਿਆ ਹੈ। ਇਹ ਵੀ ਨਈ ਰੀਤ ਕੁਛ ਕੀਨੀ। ਹੁਣ ਜਿਨ੍ਹਾਂ ਨੇ ਨਿੰਦਿਆ ਕਰਨੀ ਹੈ ਉਹ ਤਾਂ ਗੱਲਾਂ ਹੀ ਲੱਭਦੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਕੋਈ ਗੱਲ ਲੱਭੇ ਤੇ ਆਪਾਂ ਭੰਡੀਏ। ਕਈਆਂ ਦਾ ਸੁਭਾਅ ਹੁੰਦਾ ਹੈ ਕਿ ਭੰਡਣਾ ਹੀ ਹੈ, ਅਗਲੇ ਨੂੰ ਭੰਡ ਕੇ ਹੀ ਰੱਖਣਾ ਹੈ। ਇਸ ਕਰਕੇ ਸਾਧ ਸੰਗਤ ਜੀ, ਨਿੰਦਕ ਜਿਹੜੇ ਲੋਕ ਨੇ ਨਾ, ਉਹਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਗੁਰਬਾਣੀ ਦੇ ਵਿੱਚ ਨਿੰਦਿਆ ਨੂੰ ਮਾੜਾ ਕਿਹਾ ਆ। ਜਿਹੜਾ ਕਿਸੇ ਦੀ ਨਿੰਦਿਆ ਕਰਨੀ ਹੈ, ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਹੀ ਨਿੰਦਿਆ ਕਰਨਾ ਆ। ਹੋਵੇ ਬੰਦਾ ਚੰਗਾ, ਉਹਨੂੰ ਮਾੜਾ ਕਹਿਣਾ, ਹੋਵੇ ਬੰਦਾ ਮਾੜਾ, ਉਹਨੂੰ ਸਾਧ ਸੰਗਤ ਜੀ ਆਪਣਾ ਕੰਮ ਕਢਾਉਣ ਵਾਸਤੇ ਚੰਗਾ ਚੰਗਾ ਕਹਿਣਾ, ਇਹ ਨਿੰਦਿਆ ਦੇ ਹੀ ਰੂਪ ਨੇ। ਸ਼ੇਰ ਨੂੰ ਬੱਕਰੀ ਕਹਿਣਾ, ਬੱਕਰੀ ਨੂੰ ਸ਼ੇਰ ਕਹਿ ਦੇਣਾ, ਇਹ ਨਿੰਦਿਆ ਹੁੰਦੀ ਹੈ। ਇਸ ਕਰਕੇ ਨਿੰਦੋ ਨਾ ਹੀ ਕਾਹੂ ਬਾਤੈ, ਇਹੋ ਖਸਮ ਕਾ ਕੀਨਾ। ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਹੈ ਸਾਨੂੰ, ਕਿਉਂਕਿ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੈ। ਸਾਰੇ ਹੀ ਚੰਗੇ ਨੇ, ਅਸੀਂ ਮਾੜੇ ਹਾਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅਸੀਂ ਚੰਗੇ ਨਹੀਂ ਤੇ ਕੋਈ ਮਾੜਾ ਨਹੀਂ ਹੈ। ਇਸ ਤਰ੍ਹਾਂ ਦੀ ਭਾਵਨਾ ਵਾਲੇ ਹੀ ਸਾਧ ਸੰਗਤ ਜੀ ਸੰਸਾਰ ਸਾਗਰ ਤੋਂ ਤਰਦੇ ਹਨ। ਕੁਲ ਕੀ ਚਾਲ ਤਿਆਗ ਕਰ ਦੀਨੀ। ਨਿੰਦਕ ਲੋਕ ਨਿੰਦਿਆ ਕਰਦੇ ਨੇ। ਵੇਖੋ ਜੀ, ਇਹਨਾਂ ਨੇ ਆਪਣੇ ਕੁਲ ਦੀ ਚਾਲ ਜਿਹੜੀ ਸੀ, ਮਰਿਆਦਾ ਜਿਹੜੀ ਸੀ, ਉਹ ਛੱਡ ਦਿੱਤੀ ਹੈ। ਪੁਨ ਦਮੋਦਰੀ ਕੈ ਬਹੁ ਬਾਰੀ। ਫਿਰ ਬਹੁਤ ਵਾਰੀ ਮਾਤਾ ਦਮੋਦਰੀ ਜੀ ਦੇ ਕਹਿਣ ਦੇ ਉੱਤੋਂ ਵੀ ਉੱਤਰ ਦਿਓ ਨਾ ਤੂਸਨ ਧਾਰੀ। ਕੋਈ ਸਤਿਗੁਰਾਂ ਨੇ ਜਵਾਬ ਨਹੀਂ ਦਿੱਤਾ, ਚੁੱਪ ਕਰਕੇ ਬੈਠੇ ਹਨ। ਇੱਕ ਦਿਨ ਸਿੱਖ ਜਿਸ ਥਲ ਗੁਰਦਾਸ। ਇੱਕ ਦਿਨ ਕੀ ਹੋਇਆ ਹੈ, ਸਾਰੇ ਸਿੱਖ ਜਿਹੜੇ ਨੇ ਮਸੰਦਾ ਸਮੇਤ ਸਾਰੇ ਇਕੱਠੇ ਹੋ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲ ਗਏ ਹਨ। ਬੈਠੇ ਬ੍ਰਿੰਦ ਜਾਏ ਕਰ ਪਾਸ। ਜਿਹੜੇ ਸਾਧ ਸੰਗਤ ਜੀ ਸਤਿਗੁਰੂ ਜੀ ਹਨ, ਮਹਾਂਪੁਰਖ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਇਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਸਮੁੰਦਰ ਦੇ ਉੱਤੇ ਜਿਹੜੀਆਂ ਲਹਿਰਾਂ ਜਿਹੜੀਆਂ ਨੇ ਨਾ, ਇਹ ਬਾਹਰੋਂ ਦਿਸਦੀਆਂ ਨੇ ਕਿ ਬਹੁਤ ਜ਼ਿਆਦਾ ਚੰਚਲ ਲਹਿਰਾਂ ਜਿਹੜੀਆਂ ਨੇ ਹੁੰਦੀਆਂ ਹਨ,
ਵੱਡੀਆਂ ਵੱਡੀਆਂ ਲਹਿਰਾਂ, ਛੋਟੀਆਂ ਲਹਿਰਾਂ, ਕਦੀ ਵੀ ਸਮੁੰਦਰ ਟਿੱਕੇ ਨਹੀਂ ਬੈਠਦਾ। ਪਰ ਜਿਵੇਂ ਜਿਵੇਂ ਸਮੁੰਦਰ ਨੂੰ ਗਹਿਰਾਈ ਦੇ ਵਿੱਚ ਵੇਖਿਆ ਜਾਵੇ, ਹੋਰ ਗਹਿਰੇ ਜਿਵੇਂ ਉਤਰੀਏ ਸਮੁੰਦਰ ਦੇ ਵਿੱਚ, ਤਿਵੇਂ ਸਮੁੰਦਰ ਬਹੁਤ ਹੀ ਗਹਿਰ, ਗੰਭੀਰ ਤੇ ਟਿਕਾਅ ਵਾਲਾ ਹੁੰਦਾ ਹੈ। ਰੰਚਕ ਮਾਤਰ ਵੀ ਅੰਦਰਲੇ ਪਾਸੇ ਹਿਲਜੁਲ ਨਹੀਂ ਜੇ ਹੁੰਦੀ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਜਿੰਨੇ ਵੀ ਕੌਤਕ ਕਰ ਰਹੇ ਨੇ, ਇਸ ਤਰ੍ਹਾਂ ਨੇ ਸਾਧ ਸੰਗਤ, ਜਿਵੇਂ ਸਮੁੰਦਰ ਦੇ ਵਿੱਚ ਬਾਹਰ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ ਨਾ, ਇਸ ਤਰ੍ਹਾਂ ਸਤਿਗੁਰੂ ਜੀ ਦੇ ਬਾਹਰਲੇ ਕੌਤਕ ਨੇ, ਪਰ ਅੰਦਰਲਾ ਜਿਹੜਾ ਬ੍ਰਹਮ ਗਿਆਨ ਹੈ ਉਹ ਇਸੇ ਤਰ੍ਹਾਂ ਹੀ ਟਿਕਿਆ ਹੋਇਆ ਹੈ। ਜਿਵੇਂ ਅੰਦਰਲਾ ਸਮੁੰਦਰ ਹਿਲਜੁਲ ਨਹੀਂ ਕਰਦਾ, ਐ ਅੰਦਰਲਾ ਪਾਣੀ ਟਿਕਿਆ ਰਹਿੰਦਾ ਹੈ। ਇਸੇ ਤਰ੍ਹਾਂ ਅੰਦਰਲਾ ਗਿਆਨ ਜਿਹੜਾ ਇੱਕ ਰਸ ਟਿਕਿਆ ਹੋਇਆ ਹੈ। ਬਾਹਰਲੀ ਦ੍ਰਿਸ਼ਟੀ ਜਿਹੜੀ ਹੈ ਸਤਿਗੁਰਾਂ ਦੀ, ਉਹ ਜ਼ਰੂਰ ਬੰਦੇ ਨੂੰ ਕਨਫਿਊਜ਼ ਕਰ ਦਿੰਦੀ ਹੈ, ਸ਼ੰਕੇ ਵਿੱਚ ਪਾ ਦਿੰਦੀ ਹੈ ਕਿ ਵੇਖੋ ਜੀ ਸਤਿਗੁਰੂ ਜੀ ਕਿਸ ਤਰ੍ਹਾਂ ਦੇ ਕੌਤਕ ਕਰ ਰਹੇ ਹਨ। ਬਦਲੀ ਸੋਢੀ ਸੇਠ ਗੋਪਾਲਾ, ਸਾਰੀ ਇਹਨਾਂ ਦੀ ਸੋਢ ਬੰਸ ਦੀ ਜਿਹੜੀ ਮਰਿਆਦਾ ਹੈ ਬਦਲ ਦਿੱਤੀ ਹੈ। ਤਖਤੂ ਤੀਰਥ ਨਵਲ ਨਿਹਾਲਾ, ਵੇਖੋ ਜੀ ਜਿਹੜੇ ਗੁਰਸਿੱਖ ਨੇ ਨਾ, ਭਾਈ ਤਖਤੂ ਜੀ, ਭਾਈ ਨਿਹਾਲਾ ਜੀ ਆਦਿਕ, ਕਿਸਨਾ ਜੈਤ ਤਿਲੋਕਾਸੂਰ, ਭਾਈ ਕ੍ਰਿਸ਼ਨਾ ਜੀ, ਭਾਈ ਤਿਲੋਕਾ ਜੀ ਆਦਿਕ, ਸਿੱਖ ਤੁਲਸੀਆ ਰਹਿਤ ਹਜੂਰ, ਤੇ ਭਾਈ ਸਾਹਿਬ ਭਾਈ ਤੁਲਸੀਆ ਜਿਹੜੇ ਹਜੂਰੀ ਸਿੱਖ ਹਨ, ਇਹ ਸਾਰੇ ਰਲ ਕਰਕੇ ਇਤਿਆਦਿਕ ਜਾਨੋ ਸਿੱਖ ਬ੍ਰਿੰਦ, ਇਤਿਆਦਿਕ ਸਾਰੇ ਸਿੱਖ ਜਿਹੜੇ ਨੇ ਇਕੱਠੇ ਹੋ ਕਰਕੇ ਕੇਤਕ ਗਿਨੀਐ ਨਾਮ ਬਿਲੰਦ, ਕਵੀ ਜੀ ਕਹਿੰਦੇ ਨੇ ਕਿੰਨੇ ਕੁ ਸਿੱਖਾਂ ਦਾ ਨਾਮ ਲੈਣਾ ਕਰੀਏ। ਹਾਥ ਜੋਰ ਗੁਰਦਾਸ ਅਗਾਰੀ, ਸਾਰੇ ਸਿੱਖ ਇਕੱਠੇ ਹੋ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲ ਬੇਨਤੀ ਕਰਨ ਲੱਗੇ। ਸਗਰੇ ਸਿੱਖਨ ਗਿਰਾ ਉਚਾਰੀ, ਸਾਰੇ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਚਰਨਾਂ ਵਿੱਚ। ਜਹ ਕਹਿ ਬਧੀ ਗੁਰੂ ਕੀ ਨਿੰਦਾ, ਭਾਈ ਸਾਹਿਬ ਜੀ ਵੇਖੋ ਤੁਸੀਂ ਸਾਰੇ ਪਾਸੇ ਸ੍ਰੀ ਅੰਮ੍ਰਿਤਸਰ ਜੀ ਦੇ ਜਿੰਨੇ ਲੋਕ ਨੇ, ਲਾਹੌਰ ਦੇ ਜਿੰਨੇ ਵਸਨੀਕ ਨੇ, ਸਾਰੇ ਆਪਸ ਦੇ ਵਿੱਚ ਸਤਿਗੁਰਾਂ ਦੀ ਨਿੰਦਿਆ ਕਰਦੇ ਹਨ। ਸੁਨ ਨਹਿ ਜਰੀ ਜਾਏ ਚਿਤ ਚਿੰਦਾ, ਇਸ ਤਰ੍ਹਾਂ ਸਤਿਗੁਰੂ ਜੀ ਦੀ ਨਿੰਦਿਆ ਜਿਹੜੀ ਹੈ ਸੁਣ ਕਰਕੇ ਜਰੀ ਨਹੀਂ ਜਾਂਦੀ। ਤੁਮ ਅਰ ਵੱਡੇ ਜੋ ਬੁੱਢਾ ਸਾਹਿਬ, ਮਨ ਜਿਹੜਾ ਹੈ ਚਿੰਤਾਤੁਰ ਹੋਇਆ ਹੈ। ਤੇ ਆਪ ਜੀ ਵੱਡੇ ਗੁਰਸਿੱਖ ਹੋ, ਗੁਰਸਿੱਖੀ ਦੇ ਵਿੱਚ, ਤੇ ਆਪ ਜੀ ਦੇ ਨਾਲ ਬਾਬਾ ਬੁੱਢਾ ਜੀ, ਆਪ ਦੋਵੇਂ ਹੀ ਗੁਰਸਿੱਖੀ ਦੇ ਵਿੱਚ ਪਰਿਪੂਰਨ ਹੋ। ਸਿੱਖਾਂ ਦੇ ਵਿੱਚ ਆਪ ਜੀ ਦੀ ਬਹੁਤ ਮਾਨਤਾ ਹੈ। ਸ੍ਰੀ ਅਰਜਨ ਕੇ ਮਹਾ ਮੁਸਾਹਿਬ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੀ ਆਪ ਦੋਵੇਂ ਗੁਰਸਿੱਖ ਜਿਹੜੇ ਨੇ ਬਹੁਤ ਹੀ ਨੇੜੇ ਵਰਤ ਰਹੇ ਹੋ, ਨਿਕਟ ਵਰਤੀ ਹੋ। ਜੇ ਇਤਿਆਦ ਅਪਰ ਸਿੱਖ ਧੀਰ, ਹੋਰ ਵੀ ਜਿਹੜੇ ਧੀਰਜ ਧਾਰੀ ਗੁਰੂ ਘਰ ਦੇ ਗੁਰਸਿੱਖ ਹਨ ਵੱਡੇ, ਤਿਨਹੁ ਨ ਕਬਹੁ ਬਿਠਾਵਹਿ ਤੀਰ। ਵੇਖੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਦੀ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਨਹੀਂ ਬਿਠਾਇਆ, ਕਦੀ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਨਹੀਂ ਬਿਠਾਇਆ। ਵੇਖੋ ਪੈਂਦੇ ਖਾਨ ਨੂੰ ਆਪਣੇ ਕੋਲ ਬਿਠਾਉਂਦੇ ਹਨ। ਜਿਮ ਮਲੇਛ ਵੱਡ ਪੈਂਦੇ ਖਾਨ, ਜਿਹੜਾ ਇਹ ਮਲੇਛ ਤੁਰਕੜਾ ਹੈ ਨਾ ਪੈਂਦੇ ਖਾਨ, ਇਹਨੂੰ ਸਤਿਗੁਰੂ ਜੀ ਇਹਨੂੰ ਪੁੱਛ ਕਰਕੇ ਸਾਰੇ ਕੰਮ ਕਰਦੇ ਨੇ। ਇਹਨੂੰ ਅੱਗੇ ਸਤਿਗੁਰਾਂ ਨੇ ਲਾਇਆ ਹੋਇਆ ਹੈ। ਰਾਖਹਿ ਨਿਕਟ ਪ੍ਰੇਮ ਕੋ ਠਾਨ, ਤੇ ਇਹਦੇ ਨਾਲ ਬਹੁਤਾ ਪਿਆਰ ਕਰਦੇ ਨੇ। ਇਹਨੂੰ ਆਪਣੇ ਕੋਲ ਬਿਠਾਇਆ ਹੈ, ਨੇੜੇ ਲਾਇਆ ਹੈ। ਪੁਨ ਕੌਲਾ ਕੀ ਬਾਤ ਅਜੋਗ, ਫਿਰ ਵੇਖੋ ਜੀ ਇੱਕ ਓਪਰੀ ਬੀਬੀ ਜਿਹੜੀ ਕਾਜੀ ਦੀ ਬੇਟੀ ਹੈ, ਉਹ ਬੀਬੀ ਕੌਲਾ ਨੂੰ ਇਹਨਾਂ ਨੇ ਆਪਣੇ ਘਰੇ ਰੱਖਿਆ ਹੋਇਆ ਹੈ। ਭਿਖ ਕੁਕਰਮ ਨਿੰਦਤ ਹੈ ਲੋਗ, ਇਹ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ, ਇਹ ਵੇਖ ਕਰਕੇ ਲਾਹੌਰ ਦੇ ਤੇ ਅੰਮ੍ਰਿਤਸਰ ਦੇ ਜਿੰਨੇ ਲੋਕ ਨੇ ਨਿੰਦਦੇ ਹਨ ਸਤਿਗੁਰਾਂ ਦੇ ਤਾਈਂ। ਤੁਮ ਸ੍ਰੀ ਗੁਰ ਅਰਜਨ ਕੇ ਮੇਲੀ, ਇਹ ਭਾਈ ਗੁਰਦਾਸ ਜੀ ਆਪ ਜੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੰਗੀ ਹੋ। ਕਿਉ ਸਮਝਾਏ ਨ ਠਾਨੋ ਠੇਲੀ, ਕਿਉਂ ਨਹੀਂ ਤੁਸੀਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਾਉਣਾ ਕਰਦੇ ਹੋ?
ਕਿਉਂ ਨਹੀਂ ਉਹਨਾਂ ਨੂੰ ਹਟਾਉਣਾ ਕਰਦੇ ਹੋ। ਸੁਨ ਗੁਰਦਾਸ ਕਹੀ ਨਿਜ ਬਾਣੀ। ਸੁਣ ਕਰਕੇ ਨਾ ਸਾਧ ਸੰਗਤ ਜੀ ਤਰਕਵਾਦੀ ਗੱਲਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ। ਇੱਕ ਪੌੜੀ ਵਿੱਚ ਵਾਰ ਬਖਾਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਬਿਤ ਤੇ ਸਵਈਏ ਜਿਹੜੇ ਉਚਾਰਨ ਕੀਤੇ ਨੇ ਨਾ, ਉਹਦੇ ਵਿੱਚੋਂ ਭਾਈ ਗੁਰਦਾਸ ਜੀ ਨੇ ਇੱਕ ਵਾਰ ਵਿੱਚ ਪੌੜੀ ਉਚਾਰਨ ਕੀਤੀ ਹੈ। ਧਰਮਸਾਲ ਕਰ ਬਹੀਦਾ ਇਕਤ ਠਾਨਾ ਟਿਕੈ ਟਿਕਾਇਆ। ਪਹਿਲਾਂ ਜਿਹੜੇ ਪੰਜੇ ਸਰੂਪ ਨੇ ਨਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਇਹ ਪੰਜੇ ਸਤਿਗੁਰੂ ਜੀ ਗੁਰੂ ਘਰ ਦੇ ਵਿੱਚ ਧਰਮਸਾਲ ਬਣਾ ਕਰਕੇ ਟਿਕਿਆ ਕਰਦੇ ਸਨ। ਤੇ ਇਹ ਵੇਖੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾ ਟਿਕਿਆ ਟਿਕਾਇਆ, ਇਹ ਟਿਕਦੇ ਨਹੀਂ ਧਰਮਸਾਲ ਦੇ ਵਿੱਚ, ਇਹ ਘੋੜੇ ਦੇ ਉੱਤੇ ਬੈਠਦੇ ਨੇ, ਘੋੜ ਸਵਾਰੀ ਕਰਦੇ ਨੇ, ਸ਼ਿਕਾਰ ਖੇਡਣ ਜਾਂਦੇ ਹਨ। ਪਾਤਸ਼ਾਹ ਕਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ। ਪਹਿਲਾਂ ਕੀ ਹੁੰਦਾ ਸੀ, ਗੁਰੂ ਘਰ ਦੇ ਵਿੱਚ ਅਕਬਰ ਵਰਗੇ, ਬਾਬਰ ਵਰਗੇ, ਜਿਹੜੇ ਹੁਮਾਯੂ ਵਰਗੇ, ਜਿਹੜੇ ਵੱਡੇ ਵੱਡੇ ਬਾਦਸ਼ਾਹ ਨੇ ਨਾ, ਇਹ ਝੁਕ ਕਰਕੇ ਗੁਰੂ ਘਰ ਦੇ ਵਿੱਚ ਆਉਂਦੇ ਸਨ। ਪਰ ਵੇਖੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਵੀ ਘੋੜੇ ਤੇ ਚੜ੍ਹ ਕਰਕੇ ਇਹਨਾਂ ਬਾਦਸ਼ਾਹਾਂ ਨੂੰ ਮਿਲਣ ਵਾਸਤੇ ਜਾਂਦੇ ਹਨ। ਉਮਤ ਮਹਿਲ ਨਾ ਪਾਵੰਦੀ ਨੱਠਾ ਫਿਰੇ ਨ ਡਰੇ ਡਰਾਇਆ। ਜਿਹੜੀਆਂ ਸੰਗਤਾਂ ਨੇ ਇਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੁੰਦੇ, ਕਿਉਂਕਿ ਸਤਿਗੁਰੂ ਜੀ ਕਦੀ ਕਿਤੇ ਹੁੰਦੇ ਨੇ, ਕਦੀ ਕਿਤੇ ਹੁੰਦੇ ਹਨ। ਮੰਜੀ ਬੈ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖਿਲਾਇਆ। ਤੇ ਨਾ ਹੀ ਸਤਿਗੁਰੂ ਜੀ ਕਿਸੇ ਪਾਸੋਂ ਡਰਦੇ ਨੇ ਕਿ ਵੱਡੇ ਵੱਡੇ ਬਾਦਸ਼ਾਹ ਨੇ, ਰਾਜੇ ਨੇ, ਸਿੱਧਾ ਇਹਨਾਂ ਦੇ ਨਾਲ ਜਾ ਕਰਕੇ ਗੱਲਬਾਤ ਕਰਦੇ ਨੇ। ਪਹਿਲਾਂ ਸਤਿਗੁਰੂ ਜੀ ਵੇਖੋ ਜੀ ਮੰਜੀ ਤੇ ਲਾ ਕਰਕੇ ਮੰਜੀ ਲਾਉਂਦੇ ਸਨ, ਬੈਠਦੇ ਸਨ, ਚੌਕੜਾ ਲਾ ਕਰਕੇ ਸੰਗਤ ਦੇ ਵਿੱਚ ਬੈਠਦੇ ਸਨ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਨੇ ਵੇਖੋ ਜੀ ਕੁੱਤੇ ਰੱਖੇ ਹੋਏ ਨੇ ਸ਼ਿਕਾਰ ਖੇਡਣ ਵਾਸਤੇ। ਬਾਣੀ ਕਰ ਸੁਣ ਗਾਵੰਦਾ ਕਥੈ ਨ ਸੁਣੇ ਨ ਗਾਵ ਸੁਣਾਇਆ। ਬੜਾ ਸਾਧ ਸੰਗਤ ਜੀ ਔਖਾ ਕੰਮ ਹੈ ਸ਼ਰਧਾ ਰੱਖਣੀ, ਸ਼ਰਧਾ ਨੂੰ ਟਿਕਾ ਕੇ ਰੱਖਣਾ ਬਹੁਤ ਔਖਾ ਕੰਮ ਹੈ। ਜਦੋਂ ਇਸ ਤਰ੍ਹਾਂ ਦਾ ਕੌਤਕ ਹੁੰਦਾ ਹੋਵੇ, ਬਹੁਤ ਵੱਡੇ ਵੱਡੇ ਗੁਰਸਿੱਖ ਆਪਣੇ ਆਪ ਨੂੰ ਕਹਾਉਣ ਵਾਲੇ, ਉਹਨਾਂ ਦਾ ਵੀ ਮਨ ਡੋਲ ਗਿਆ ਹੋਵੇਗਾ, ਕਿਉਂਕਿ ਪਹਿਲਾਂ ਸਤਿਗੁਰਾਂ ਦੇ ਉਹਨਾਂ ਨੇ ਜਿਨ੍ਹਾਂ ਨੇ ਦੀਦਾਰ ਕੀਤੇ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕਿਸ ਤਰ੍ਹਾਂ ਦਾ ਵਰਤਾਰਾ ਸੀ, ਸੰਗਤ ਵਿੱਚ ਬੈਠਦੇ ਸਨ ਕਈ ਕਈ ਘੰਟੇ, ਇਸ ਤਰ੍ਹਾਂ ਨਾਮ ਸਿਮਰਨ ਵਿੱਚ ਜੁੜਦੇ ਸਨ, ਧਿਆਨ ਵਿੱਚ ਬੈਠਦੇ ਸਨ, ਸਾਰਾ ਦਿਨ ਹਰਿਮੰਦਰ ਸਾਹਿਬ ਕੀਰਤਨ ਸੁਣਦੇ ਸਨ, ਲੰਗਰ ਦੀ ਸਾਧ ਸੰਗਤ ਜੀ ਵਿਵਸਥਾ ਕਰਦੇ ਸਨ। ਪਰ ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਘੋੜੇ ਤੇ ਚੜ੍ਹੇ ਰਹਿੰਦੇ ਨੇ, ਸ਼ਸਤਰ ਰੱਖਦੇ ਨੇ, ਜੰਗ ਜੁੱਧ ਕਰਦੇ ਨੇ। ਆਮ ਸਧਾਰਨ ਬੰਦਾ ਵੇਖ ਕਰਕੇ ਤਾਂ ਜ਼ਰੂਰ ਸ਼ੱਕ ਕਰੇਗਾ ਇਹ ਕਿਸ ਤਰ੍ਹਾਂ ਦਾ ਸਾਧ ਸੰਗਤ ਜੀ ਬਦਲਾਵ ਹੈ, ਕਿਉਂਕਿ ਸਮਾਜ ਜਿਹੜਾ ਹੈ ਇਹ ਪਰਿਵਰਤਨ ਨੂੰ, ਚੇਂਜ ਨੂੰ ਬੜੇ ਛੇਤੀ ਐਕਸੈਪਟ ਨਹੀਂ ਜੇ ਕਰਦਾ। ਛੇਤੀ ਕਿਤੇ ਇੱਕਦਮ ਘਰ ਦਾ ਮਾਹੌਲ ਚੇਂਜ ਕਰ ਦਈਏ ਨਾ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਲੱਗਦਾ ਹੈ ਜਿੱਦਾਂ ਸਾਡਾ ਘਰ ਹੈ ਹੀ ਨਹੀਂ ਗਾ ਹੈ। ਸੁਭਾਅ ਬੰਦਿਆਂ ਦੇ ਚੇਂਜ ਹੋ ਜਾਣ ਨਾ ਤਾਂ ਆਪਾਂ ਕਹਿ ਦਿੰਦੇ ਆ ਯਾਰ ਤੂੰ ਉਹ ਬੰਦਾ ਨਹੀਂ ਰਿਹਾ, ਪਹਿਲੇ ਵਰਗਾ ਨਹੀਂ ਤੂੰ ਰਿਹਾ, ਹੁਣ ਤੇਰਾ ਤੂੰ ਬਦਲ ਗਿਆ ਜੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਬਾਹਰਲੇ ਕਰਮਾਂ ਨੂੰ ਵੇਖ ਕਰਕੇ ਛੇਤੀ ਕਿਤੇ ਸ਼ਰਧਾ ਨਹੀਂ ਮਨ 'ਚ ਪੈਦਾ ਹੁੰਦੀ। ਸਾਧੂ ਮਹਾਂਪੁਰਖ ਨੇ ਸਾਧ ਸੰਗਤ ਜੀ ਉਹਨਾਂ ਦੇ ਵੀ ਵੇਖ ਕਰਕੇ ਕੌਤਕਾਂ ਨੂੰ, ਕਰਮਾਂ ਨੂੰ ਬਾਹਰਲੇ ਮਨ ਵਿੱਚ ਸ਼ਰਧਾ ਨਹੀਂ ਵੱਜਦੀ। ਪਰ ਸਾਧ ਸੰਗਤ ਜੀ ਇਹ ਨਹੀਂ ਸਾਨੂੰ ਪਤਾ ਹੁੰਦਾ ਵੀ ਅੰਦਰੋਂ ਬੰਦਾ ਕਿੰਨਾ ਕੁ ਜੁੜਿਆ ਹੋਇਆ ਹੈ। ਅੰਦਰੋਂ ਬੰਦਾ ਸਾਧ ਸੰਗਤ ਜੀ ਰੱਬ ਦੇ ਕਿੰਨੇ ਕੁ ਨੇੜੇ ਬੈਠਾ ਹੈ, ਇਹ ਆਮ ਬੰਦੇ ਦੀ ਵੱਸ ਦੀ ਗੱਲ ਨਹੀਂ। ਜਿਹੜਾ ਬੰਦਾ ਆਪ ਉੱਥੇ ਪਹੁੰਚਿਆ ਹੋਵੇ ਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗੱਲ ਨੂੰ ਬ੍ਰਹਮ ਗਿਆਨੀ ਆਪ ਜਾਣਦੇ ਨੇ। ਹੁਣ ਭਾਈ ਗੁਰਦਾਸ ਜੀ ਉਹਨਾਂ ਨੂੰ ਦੱਸਣਗੇ, ਕਿਉਂਕਿ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਨੇ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ। ਇਹਨਾਂ ਦੇ ਮਨ ਵਿੱਚ ਕੋਈ ਤਰਕ ਨਹੀਂ, ਕੋਈ ਸ਼ੱਕ ਨਹੀਂ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਈ ਹੋਰ ਨੇ ਤੇ ਗੁਰੂ ਨਾਨਕ ਦੇਵ ਜੀ ਕੋਈ ਹੋਰ ਨੇ, ਗੁਰੂ ਗੋਬਿੰਦ ਸਿੰਘ ਜੀ ਕੋਈ ਹੋਰ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਈ ਹੋਰ ਨੇ। ਇਹਨਾਂ ਦੇ ਮਨ ਵਿੱਚ ਕੋਈ ਸ਼ੱਕ ਨਹੀਂ। ਇਸੇ ਵਾਸਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ 'ਚ ਲਿਖਿਆ ਹੈ, ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ, ਭਿੰਨ ਭਿੰਨ ਸਭੂ ਕਰ ਜਾਨਾ।
ਜਿਹੜੇ ਸਾਧ ਸੰਗਤ ਜੀ ਅਣਜਾਣ ਸਨ, ਇਹਨਾਂ ਨੇ ਵੱਖਰਾ ਜਾਣਿਆ ਕਿ ਗੁਰੂ ਨਾਨਕ ਦੇਵ ਜੀ ਹੋਰ ਨੇ, ਗੁਰੂ ਅੰਗਦ ਦੇਵ ਜੀ ਹੋਰ ਨੇ। ਭਿੰਨ ਭਿੰਨ ਸਭੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਣਾ ਤਿਨਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨ ਆਈ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਇੱਕੋ ਹੀ ਜੋਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਸਾਧ ਸੰਗਤ ਜੀ ਇੱਕੋ ਹੀ ਜੋਤ ਹੈ, ਰੰਚਕ ਮਾਤਰ ਵੀ ਕੋਈ ਫਰਕ ਨਹੀਂ। ਸੇਵਕ ਪਾਸ ਨ ਰੱਖੀਨ, ਦੋਖੀ ਦੁਸ਼ਟ ਆਗੂ ਮੋਹ ਲਾਇਆ। ਦੇਖੋ ਜੀ, ਸੇਵਾਦਾਰ ਕਿਸੇ ਨੂੰ ਆਪਣੇ ਕੋਲ ਨਹੀਂ ਰੱਖਦੇ, ਜਿਹੜਾ ਪੈਂਦੇ ਖਾਨ ਹੈ ਤੁਰਕੜਾ ਉਹਨੂੰ ਆਪਣੇ ਕੋਲ ਲਾਇਆ ਹੋਇਆ ਹੈ। ਸੱਚ ਨ ਲੁਕੈ ਲੁਕਾਇਆ, ਚਰਨ ਕਵਲ ਸਿੱਖ ਭਵਰ ਲੁਭਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਸਮਾਂ ਆਵੇਗਾ, ਸੱਚਾਈ ਜਿਹੜੀ ਹੈ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਜਾਵੇਗੀ। ਅਜਰ ਜਰੇ ਨਾ ਆਪ ਜਣਾਇਆ। ਅਜਰ ਸ਼ਕਤੀ ਨੂੰ ਜਰਨ ਵਾਲੇ ਜਿਹੜੇ ਮਹਾਪੁਰਖ ਹੁੰਦੇ ਹਨ, ਉਹ ਸਾਧ ਸੰਗਤ ਜੀ ਕਿਸੇ ਦੇ ਤਾਈਂ ਆਪਣੇ ਅੰਦਰਲੀ ਗੱਲ ਨੂੰ ਪ੍ਰਗਟ ਨਹੀਂ ਕਰਦੇ। ਚੌਪਈ ਨਹਿ ਚਿੰਤਾ ਤੁਮ ਮਨ ਮਹਿ ਤਾਰੋ। ਭਾਈ ਸਾਹਿਬ ਭਾਈ ਗੁਰਦਾਸ ਜੀ ਸਾਰੇ ਸਿੱਖ ਸੰਗਤਾਂ ਦੇ ਤਾਈਂ, ਮਸੰਦਾਂ ਦੇ ਤਾਈਂ ਕਹਿੰਦੇ ਨੇ, ਤੁਸੀਂ ਰੰਚਕ ਮਾਤਰ ਵੀ ਆਪਣੇ ਮਨ ਵਿੱਚ ਚਿੰਤਾ ਨਾ ਧਾਰਨ ਕਰੋ। ਗੁਰ ਕੋ ਪੂਰਨ ਬ੍ਰਹਮ ਵਿਚਾਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੂਰਨ ਬ੍ਰਹਮ ਦਾ ਅਵਤਾਰ ਹਨ। ਸ੍ਰੀ ਪਰਮੇਸ਼ਰ ਕੇ ਅਵਤਾਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਰਮੇਸ਼ਰ ਦੇ ਅਵਤਾਰ ਹਨ। ਇਸ ਤਰ੍ਹਾਂ ਦੀ ਭਾਵਨਾ ਹਿਰਦੇ ਵਿੱਚ ਧਾਰਨ ਕਰੋ। ਗਤ ਨਹਿ ਜਾਣੀ ਜਾਏ ਉਦਾਰ। ਉਹਨਾਂ ਦੀ ਗਤੀ ਨੂੰ, ਉਹਨਾਂ ਦੀ ਮਰਿਆਦਾ ਨੂੰ ਕੋਈ ਨਹੀਂ ਜਾਣ ਸਕਦਾ ਹੈ। ਕ੍ਰਿਸ਼ਨ ਅਨੇਕ ਮਿਰਜ਼ਾਦਾ ਤੋਰੀ। ਫਿਰ ਭਾਈ ਗੁਰਦਾਸ ਜੀ ਪੁਰਾਣੇ ਧਰਮ ਗ੍ਰੰਥਾਂ 'ਚ ਉਦਾਹਰਨ ਦਿੰਦੇ ਨੇ। ਵੇਖੋ ਜੀ, ਮਹਾਭਾਰਤ ਦੇ ਵਿੱਚ ਕ੍ਰਿਸ਼ਨ ਨੇ ਬਹੁਤ ਸਾਰੀਆਂ ਮਰਿਆਦਾਵਾਂ ਤੋੜ ਦਿੱਤੀਆਂ ਸਨ। ਕਿਸ ਕੀ ਲਾਜ ਕੀਨ ਨਹਿ ਥੋਰੀ। ਕਿਸੇ ਦੇ ਥੋੜੀ ਮਾਤਰ ਵੀ ਕੋਈ ਲਾਜ ਨਹੀਂ ਰੱਖੀ, ਕੋਈ ਕਿਸੇ ਤਰ੍ਹਾਂ ਦਾ ਮਨ ਵਿੱਚ ਸਾਧ ਸੰਗਤ ਜੀ ਕਾਨ ਕਨੋੜ ਨਹੀਂ ਰੱਖਿਆ ਹੈ। ਕਰਤ ਰਹੇ ਨਿੰਦਾ ਅਨਜਾਨ। ਅਣਜਾਣ ਵਿਅਕਤੀ ਜਿਹੜੇ ਸਨ, ਉਹ ਵੀ ਵੱਡੇ ਵੱਡੇ ਜਿਹੜੇ ਪੀਰ ਪੈਗੰਬਰ ਨੇ, ਉਹਨਾਂ ਦੀ ਵੀ ਨਿੰਦਿਆ ਕਰਨ ਲੱਗੇ। ਸੇ ਈਸ਼ਰ ਨਿਰਲੇਪ ਮਹਾਨ। ਪਰ ਜਿਹੜੇ ਪਰਮੇਸ਼ਰ ਦੇ ਅਵਤਾਰ ਹੁੰਦੇ ਹਨ, ਉਹ ਸਾਰੇ ਸੰਸਾਰ ਦੇ ਕੰਮਾਂ ਕਾਰਾਂ ਤੋਂ ਨਿਰਲੇਪ ਰਹਿੰਦੇ ਹਨ। ਜੇ ਤੁਮ ਚਾਹਤ ਕਛੂ ਕਹਾਇਓ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੁਝ ਕਹਿਣਾ ਕਰੀਏ ਸਤਿਗੁਰਾਂ ਦੇ ਤਾਈਂ, ਚਾਹਤ ਹੋ ਇਹ ਭਰਮ ਹਟਾਇਓ। ਪਰ ਇਸ ਤਰ੍ਹਾਂ ਅਸੀਂ ਕਹਿ ਤਾਂ ਦੇਵਾਂਗੇ, ਪਰ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਭਰਮ ਨਾ ਪਾਲਣਾ ਕਰੋ। ਤੋ ਬ੍ਰਿਧ ਨਿਕਟ ਬੇਨਤੀ ਕਰੀਏ। ਤਾਂ ਵੀ ਅਸੀਂ ਸਤਿਗੁਰਾਂ ਦੇ ਕੋਲ ਜਾ ਕਰਕੇ ਜ਼ਰੂਰ ਬੇਨਤੀ ਕਰਾਂਗੇ। ਕਹਿਬੇ ਕੋ ਸਾਮਰਥ ਵਿਚਾਰੀਏ। ਸਤਿਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਹਨ। ਸੁਨ ਕਰ ਸਿੱਖਨ ਬਹੁਰ ਬਖਾਨਾ। ਸੁਣ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਗੱਲਾਂ ਨੂੰ ਸਾਰੇ ਮਸੰਦ ਸਿੱਖ ਜਿਹੜੇ ਨੇ, ਉਹਨਾਂ ਨੇ ਬਚਨ ਕਹੇ। ਤੁਮ ਪੀ ਚਲੋ ਬ੍ਰਿਧ ਕੇ ਥਾਨਾ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ, ਤੁਸੀਂ ਵੀ ਬਾਬਾ ਬੁੱਢਾ ਜੀ ਦੇ ਨਾਲ ਲੈ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਚੱਲਣਾ ਕਰੋ। ਦਰਸ਼ਨ ਕਰੋ ਸੰਗ ਨਿਜ ਲਿਆਵਹਿ। ਇਸ ਕਰਕੇ ਆਪਾਂ ਦਰਸ਼ਨ ਕਰੀਏ ਬਾਬਾ ਬੁੱਢਾ ਜੀ ਦੇ, ਤੇ ਨਾਲ ਉਹਨਾਂ ਨੂੰ ਵੀ ਨਾਲ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ। ਤਿਨ ਤੇ ਗੁਰ ਟਿਕ ਸਕਲ ਕਹਾਵਹਿ। ਤੇ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਅੱਗੇ ਪ੍ਰੇਰ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਵਾਵਾਂਗੇ। ਸੁਨ ਬੇਨਤੀ ਕੋ ਉਠ ਗੁਰਦਾਸ। ਸੁਣ ਕਰਕੇ ਸਿੱਖਾਂ ਦੀਆਂ ਬੇਨਤੀਆਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਠ ਖਲੋਤੇ ਹਨ। ਸਿੱਖਨ ਸਹਿਤ ਗਏ ਬ੍ਰਿਧ ਪਾਸ। ਸਾਰੇ ਸਿੱਖਾਂ ਨੂੰ ਨਾਲ ਲੈ ਕਰਕੇ ਬਾਬਾ ਬੁੱਢਾ ਜੀ ਦੇ ਕੋਲ ਜਾਣਾ ਕੀਤਾ ਹੈ। ਬੀੜ ਵਿਖੇ ਚੁੰਗੀ ਜਿਨ ਪਾਈ। ਬੀੜ ਬਾਬਾ ਬੁੱਢਾ ਜੀ ਜੋ ਪਾਵਨ ਸਥਾਨ ਹੈ, ਉਸ ਸਥਾਨ ਤੇ ਬਾਬਾ ਬੁੱਢਾ ਜੀ ਦੀ ਝੁੱਗੀ ਜਿਹੜੀ ਹੈ ਬਣੀ ਹੋਈ ਹੈ। ਇਕ ਰਸ ਬ੍ਰਿਤੀ ਆਨੰਦ ਠਹਿਰਾਈ। ਝੁੱਗੀ ਦੇ ਵਿੱਚ ਬੈਠੇ ਨੇ ਬਾਬਾ ਬੁੱਢਾ ਜੀ, ਤੇ ਇੱਕ ਰਸ ਪਰਮਾਤਮਾ ਦੇ ਨਾਮ ਦੇ ਵਿੱਚ
ਉਹਨਾਂ ਨੇ ਆਪਣੀ ਮਨ ਦੀ ਬਿਰਤੀ ਨੂੰ ਟਿਕਾਇਆ ਹੋਇਆ ਹੈ। ਜਾਏ ਨਿਕਟ ਬੰਧਨ ਸਭ ਕੀਨ। ਬਾਬਾ ਬੁੱਢਾ ਜੀ ਦੇ ਕੋਲ ਸਾਰੇ ਗਏ ਨੇ ਤੇ ਨਮਸਕਾਰ ਕਰਨਾ ਕੀਤੀ। ਕਹਿਓ ਜੋਰ ਕਰ ਹੋਏ ਅਧੀਨ। ਅਧੀਨਗੀ ਦੇ ਸਹਿਤ ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ। ਸਭ ਕੀ ਚਿੰਤਾ ਆਪ ਨਿਵਾਰੋ। ਹੇ ਬਾਬਾ ਬੁੱਢਾ ਜੀ, ਸਾਰਿਆਂ ਦੇ ਮਨਾਂ ਦੀ ਜਿਹੜੀ ਚਿੰਤਾ ਹੈ ਤੁਸੀਂ ਦੂਰ ਕਰਨਾ ਕਰੋ। ਤੁਮ ਹੀ ਉਚਿਤ ਹਿਰਦੈ ਨਿਰਧਾਰੋ। ਆਪ ਹੀ ਸਾਰਿਆਂ ਦੇ ਮਨਾਂ ਦੀ ਜਾਣਨ ਵਾਲੇ ਹੋ। ਜੋ ਆਪ ਜੀ ਕਹੋਗੇ ਅਸੀਂ ਉਸ ਤਰ੍ਹਾਂ ਹੀ ਕਰਾਂਗੇ। ਗੁਰ ਨਿੰਦਾ ਨਹਿ ਜਾਏ ਸਹਾਰੀ। ਸਤਿਗੁਰਾਂ ਦੀ ਨਿੰਦਿਆ ਜਿਹੜੀ ਹੈ ਉਹ ਸਾਡੇ ਪਾਸੋਂ ਸਹਾਰ ਨਹੀਂ ਹੁੰਦੀ। ਚਲ ਆਏ ਹਮ ਸਰਨ ਤਿਹਾਰੀ। ਇਸ ਕਰਕੇ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਚੱਲ ਕਰਕੇ ਆਏ ਹਾਂ। ਸਰਬ ਵਾਰਤਾ ਕਹਿ ਸਮਝਾਈ। ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ ਆਣ ਕਰਕੇ ਬੇਨਤੀਆਂ ਕੀਤੀਆਂ ਹਨ। ਕਹਿਓ ਮਰਮ ਗੁਰਦਾਸ ਬਣਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਣ ਕਰਕੇ ਬੇਨਤੀ ਕੀਤੀ। ਸੁਨ ਬ੍ਰਿਧ ਸਭ ਕੋ ਕਹਿਓ ਸੁਨਾਈ। ਬਾਬਾ ਬੁੱਢਾ ਜੀ ਨੇ ਜਦੋਂ ਸਾਰੇ ਸਿੱਖਾਂ ਦੀ ਮਸੰਦਾਂ ਦੀ ਬੇਨਤੀ ਨੂੰ ਸੁਣਿਆ ਹੈ, ਉਦੋਂ ਸਾਰਿਆਂ ਨੂੰ ਸਮਝਾਉਣ ਵਾਸਤੇ, ਹਿਰਦੇ ਦੇ ਵਿੱਚ ਸ਼ਰਧਾ ਨੂੰ ਟਿਕਾਉਣ ਵਾਸਤੇ ਬਾਬਾ ਬੁੱਢਾ ਜੀ ਨੇ ਬਚਨ ਕਹੇ। ਸਮਰੱਥ ਕੋ ਨਹਿ ਦੋਸ ਕਦਾਈ। ਜਿਹੜਾ ਸਮਰੱਥ ਹੋਵੇ ਨਾ ਉਹਦੇ ਤਾਈਂ ਕਦੀ ਵੀ ਦੋਸ਼ ਰੋਪਣਾ ਨਹੀਂ ਚਾਹੀਦਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ। ਉਹਨਾਂ ਦੇ ਵੇਖਣ ਵਿੱਚ, ਬੋਲਣ ਵਿੱਚ, ਤੁਰਨ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਵੀ ਕੰਮ ਦੇ ਉੱਤੇ ਸਾਨੂੰ ਡਾਊਟ ਨਹੀਂ ਕਰਨਾ ਚਾਹੀਦਾ। ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਪੈਦਾ ਹੋਣੀ ਚਾਹੀਦੀ ਹੈ। ਚਾਹੈ ਸੋ ਕਰੈ ਨਾ ਪਰ ਮੋਹ ਹਿਰਦੇ। ਜੋ ਉਹ ਚਾਹੁੰਦੇ ਨੇ ਇੱਕ ਪਲ ਦੇ ਵਿੱਚ ਕਰ ਸਕਦੇ ਹਨ। ਕਰ ਮਨ ਤੇ ਲਿਪਾਏ ਨਹਿ ਕਦੇ। ਇਸ ਕਰਕੇ ਬਾਹਰਲੇ ਕਰਮਾਂ ਦੇ ਵਿੱਚ ਕਦੀ ਵੀ ਲਿਪਾਇਮਾਨ ਨਹੀਂ ਹੁੰਦੇ। ਸੁਨ ਸਭ ਕਹਿਓ ਜਥਾਰਥ ਬਾਤੀ। ਇਸ ਤਰ੍ਹਾਂ ਸਾਰਿਆਂ ਦੇ ਬਚਨਾਂ ਨੂੰ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਸੁਣਿਆ ਤੇ ਸੁਣ ਕਰਕੇ ਇਸ ਤਰ੍ਹਾਂ ਧੀਰਜ ਦੇਣ ਵਾਸਤੇ ਬਚਨ ਕਹੇ। ਤਉ ਨ ਹਮ ਚਿਤ ਆਵਤ ਸ਼ਾਂਤੀ। ਹੇ ਬਾਬਾ ਬੁੱਢਾ ਜੀ, ਜੋ ਤੁਸੀਂ ਬਚਨ ਕਰ ਰਹੇ ਹੋ ਠੀਕ ਹੈ, ਪਰ ਸਾਡੇ ਮਨ ਦੇ ਵਿੱਚ ਸ਼ੰਕੇ ਜਿਹੜੇ ਨੇ ਉਹ ਦੂਰ ਨਹੀਂ ਹੋ ਰਹੇ। ਚਾਰੋ ਵਰਨਾਸ਼ਰਮ ਅਰ ਤੁਰ ਕਾ। ਚਾਰੇ ਵਰਨ ਆਸ਼ਰਮ ਜਿਹੜੇ ਨੇ ਬ੍ਰਾਹਮਣ, ਛਤਰੀय, ਵੈਸ਼ ਤੇ ਸ਼ੂਦਰ ਤੇ ਜਿਹੜੇ ਤੁਰ ਕੇ ਸਾਰੇ ਹੀ ਬਹੁ ਅਪਵਾਦ ਕਰਤ ਹੈ ਗੁਰ ਕਾ। ਇਹ ਸਾਰੇ ਹੀ ਗੁਰੂ ਘਰ ਦੀ ਤੇ ਸਤਿਗੁਰਾਂ ਦੀ ਬਹੁਤ ਨਿੰਦਿਆ ਕਰ ਰਹੇ ਹਨ। ਚਲੋ ਆਪ ਮਿਲ ਗੁਰ ਸਮਝਾਏ। ਆਪ ਜੀ ਸਾਡੇ ਨਾਲ ਚੱਲ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਈਂ ਸਮਝਾਉਣਾ ਕਰੋ। ਦੋਨੋਂ ਕੋ ਦੇਹੁ ਸੰਗ ਹਟਾਏ। ਤੇ ਇਸ ਤਰ੍ਹਾਂ ਪੈਂਦੇ ਖਾਨ ਤੇ ਬੀਬੀ ਕੌਲ ਆਏ ਨਾ ਦੋਹਾਂ ਨੂੰ ਆਪ ਜੀ ਸਤਿਗੁਰਾਂ ਦੇ ਪਾਸੋਂ ਹਟਾ ਦੇਣਾ ਕਰੋ। ਨਹੀਂ ਤਾਂ ਕੌਲਾ ਕੇਰ ਜ਼ਰੂਰ। ਨਹੀਂ ਤਾਂ ਘੱਟੋ ਘੱਟ ਬੀਬੀ ਕੌਲਾ ਜੀ ਨੂੰ ਘਰੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿ ਕਰਕੇ ਬੇਨਤੀ ਕਰਕੇ ਦੂਰ ਹਟਾਉਣਾ ਕਰੋ। ਸੰਗ ਛੁਟਾਵੋ ਸ੍ਰੀ ਗੁਰਪੂਰ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਂ ਇਸ ਤਰ੍ਹਾਂ ਚੱਲ ਕਰਕੇ ਆਪਾਂ ਬੇਨਤੀ ਕਰਨਾ ਕਰੀਏ। ਤਬ ਗੁਰਦਾਸ ਕਹਿਓ ਸਿੱਖ ਸਾਰੇ। ਉਦੋਂ ਫਿਰ ਭਾਈ ਗੁਰਦਾਸ ਜੀ ਕਹਿਣ ਲੱਗੇ ਸਾਰੇ ਸਿੱਖਾਂ ਦੇ ਤਾਈਂ। ਆਏ ਪਰੇ ਅਬ ਸ਼ਰਨ ਤਿਹਾਰੇ। ਕਹਿੰਦੇ ਹੇ ਬਾਬਾ ਬੁੱਢਾ ਜੀ, ਤੁਸੀਂ ਹੁਣ ਆਪ ਜੀ ਕਿਰਪਾ ਕਰੋ, ਸਾਰੇ ਸਿੱਖ ਆਪ ਜੀ ਦੇ ਸ਼ਰਨ ਵਿੱਚ ਆਏ ਹਾਂ। ਮੈਂ ਭੀ ਰਹਿਓ ਬਹੁਤ ਸਮਝਾਏ। ਮੈਂ ਵੀ ਇਹਨਾਂ ਦੇ ਤਾਈਂ ਬਹੁਤ ਸਮਝਾਉਣਾ ਕੀਤਾ ਹੈ। ਇਨਕੀ ਇੱਛਾ ਦੇਹੋ ਪੁਜਾਏ। ਇਹਨਾਂ ਦੀ ਹੁਣ ਜੋ ਵੀ ਇੱਛਾ ਹੈ ਉਹ ਤੁਸੀਂ ਪੂਰੀ ਕਰਨਾ ਕਰੋ। ਸੁਨ ਸਭ ਤੇ ਬ੍ਰਿਧ ਕਰੁਣਾ ਧਾਰੀ। ਸਾਰਿਆਂ ਦੇ ਪਾਸੋਂ ਸੁਣ ਕਰਕੇ ਬਾਬਾ ਬੁੱਢਾ ਜੀ ਕਿਰਪਾ ਦੇ ਘਰ ਦੇ ਵਿੱਚ ਆਏ ਹਨ। ਗੁਰ ਮਿਲ ਬੇ ਹਿਤ ਹੋਇ ਕਰ ਤਿਆਰੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਬੁੱਢਾ ਜੀ ਤਿਆਰ ਹੋ ਗਏ। ਭਇਓ ਸੰਗਪੁਰ ਕੋ ਚਲ ਆਏ। ਸਾਰਿਆਂ ਦੇ ਤਾਈਂ ਚੱਲ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਹਨ। ਬਚਨ ਬਿਲਾਸ ਕਰਤ ਸਮੁਦਾਏ। ਸਾਰੇ ਸਿੱਖਾਂ ਦੇ ਤਾਈਂ ਬਚਨ ਬਿਲਾਸ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਮਸੰਦ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਇਹ ਸਾਰੇ ਚੱਲ ਕਰਕੇ ਆਏ ਨੇ। ਤੇ ਜਿਵੇਂ ਸਾਧ ਸੰਗਤ ਜੀ ਪ੍ਰਸੰਗ ਚੱਲੇਗਾ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਜੀ। ਹੁਣ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ।
ਤੇ ਇੱਥੇ ਪੰਜਵੀਂ ਰਾਸ ਦਾ ਸਾਧ ਸੰਗਤ ਜੀ ਸੰਪੂਰਨਤਾ ਹੋਈ ਹੈ। ਆਓ 2 ਮਿੰਟ ਵਾਸਤੇ ਵਾਹਿਗੁਰੂ ਦਾ ਸਿਮਰਨ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਨ ਸਭ ਤੇ